ਸੋ ਬਿਨਾਂ ਸ਼ਰਤ ਪਤਨੀ ਨੂੰ ਪ੍ਰੇਮ ਕਰਨ ਦੇ ਬਾਰੇ ਅਸੀਂ ਵੇਖ ਰਹੇ ਹਾਂ ਔਰ ਅਸੀਂ ਇਹਦੇ 'ਚ ਵੇਖਿਆ ਕਿ ਅਸੀਂ ਪ੍ਰੇਮ ਨੂੰ ਆਪਣੀ ਗੱਲਾਂ ਦੇ ਦੁਆਰਾ ਅਤੇ ਕੰਮਾਂ ਦੇ ਦੁਆਰਾ ਜ਼ਾਹਰ ਕਰਨਾ ਹੈ। ਦੋਨੇ ਚਾਹੀਦੇ ਨੇ। ਆਪਣੀ ਪਤਨੀ ਦੇ ਪ੍ਰਤੀ ਜੋ ਪ੍ਰੇਮ ਕਰਨ ਦੇ ਲਈ ਪਰਮੇਸ਼ਰ ਨੇ ਸਾਨੂੰ ਆਖਿਆ ਹੈ, ਉਹ ਪ੍ਰੇਮ ਸਾਡੀ ਗੱਲਾਂ ਦੇ ਦੁਆਰਾ, ਸਾਡੇ ਵਿਹਾਰ ਦੇ ਦੁਆਰਾ, ਸਾਡੇ ਕੰਮਾਂ ਦੇ ਦੁਆਰਾ ਜ਼ਾਹਰ ਹੋਣਾ ਚਾਹੀਦਾ ਹੈ। ਉਸ ਤੋਂ ਅੱਗੇ ਹੈ ਗੁਣਕਾਰੀ ਸਮਾਂ ਜਾਂ ਵਧੀਆ ਸਮਾਂ। ਸਮੇਂ ਸਮੇਂ ਆਪਣੀ ਪਤਨੀ ਦੇ ਨਾਲ ਕੁਝ ਸਮਾਂ ਬਿਤਾਓ, ਸਮਾਂ ਕੱਢੋ, ਜਿਹਦੇ ਵਿੱਚ ਤੁਸੀਂ ਦੋਨੋਂ ਬੈਠ ਕੇ ਇੱਕ ਦੂਜੇ ਦੇ ਬਾਰੇ ਜਾਂ ਜ਼ਿੰਦਗੀ ਦੀ ਗੰਭੀਰ ਗੱਲਾਂ ਦੇ ਬਾਰੇ ਕੁਝ ਚਰਚਾ ਕਰ ਸਕਦੇ ਹੋ। ਜਿਸ ਤਰ੍ਹਾਂ ਇਸਤਰੀਆਂ ਦੇ ਉਸ ਸਟੱਡੀ ਦੇ ਵਿੱਚ ਅਸੀਂ ਵੇਖਿਆ ਸੀ ਕਿ ਬਾਹਰ ਜਾਣ ਦੇ ਬਾਰੇ। ਸੋ ਉਹੀ ਚੀਜ਼ ਇੱਥੇ ਹੈ ਕਿ ਉਹਦੇ ਲਈ ਅਸੀਂ ਯੋਜਨਾ ਬਣਾਈਏ। ਇਹਦੇ ਵਿੱਚ ਤਾਂ ਵੈਸੇ ਸਟੱਡੀ ਦੇ ਵਿੱਚ ਹਫ਼ਤੇ 'ਚ ਇੱਕ ਵਾਰ ਲਿਖਿਆ ਹੈ, ਲੇਕਿਨ ਅਸੀਂ ਸ਼ੁਰੂਆਤ ਕਰੀਏ। ਜੇ ਹਫ਼ਤੇ 'ਚ ਇੱਕ ਵਾਰ ਸ਼ੁਰੂਆਤ ਨਹੀਂ ਹੁੰਦੀ, ਮਹੀਨੇ 'ਚ ਇੱਕ ਵਾਰ ਤੋਂ ਸ਼ੁਰੂ ਕਰੀਏ, ਮਹੀਨੇ 'ਚ 2 ਵਾਰ ਤੋਂ ਸ਼ੁਰੂ ਕਰੀਏ। ਜਦੋਂ ਅਸੀਂ ਸਮਾਂ ਕੱਢੀਏ, ਪਤੀ ਪਤਨੀ ਦੋਨੋਂ ਆਪਣੇ ਸਾਰੇ ਕੰਮਾਂ ਤੋਂ ਆਪਣੇ ਆਪ ਨੂੰ, ਘਰ ਦੇ ਮਾਹੌਲ ਤੋਂ ਅਲੱਗ ਕਰਕੇ ਦੋਨੋਂ ਜਿਹੜਾ ਹੈ ਸਮਾਂ ਗੁਜ਼ਾਰੀਏ। ਹੋ ਸਕਦਾ ਕਿਸੇ ਪਾਰਕ ਦੇ ਵਿੱਚ ਬੈਠੇ ਹੈ, ਜਾਂ ਹੋ ਸਕਦਾ ਕਿਸੇ ਰੈਸਟੋਰੈਂਟ ਜਾਂ ਹੋਟਲ ਦੇ ਵਿੱਚ, ਜਾਂ ਨਦੀ ਦੇ ਕਿਨਾਰੇ, ਪਹਾੜੀ ਤੇ ਕਿਤੇ ਵੀ। ਸੋ ਇਹ ਔਰ ਉਸ 'ਚ ਪਤਨੀ ਦੇ ਲਈ ਉਸ ਸਮੇਂ ਵਿਸ਼ੇਸ਼ ਆਦਰ, ਪ੍ਰੇਮ ਔਰ ਆਦਰ ਦਿਖਾਉਣ ਦਾ ਸਮਾਂ ਹੈ। ਔਰ ਇਸ ਸਟੱਡੀ ਦੇ ਵਿੱਚ ਇਹ ਵੀ ਲਿਖਿਆ ਕਿ ਉਸ ਨੇ ਉਸ ਦੇ ਨਾਲ ਰਾਣੀ ਵਰਗਾ ਵਰਤਾਓ ਕਰੋ, ਉਸ ਨੂੰ ਆਦਰ ਦਿਓ। ਸੋ ਉਹ ਆਦਰ ਦੇਣ ਦੇ ਲਈ ਇਹਦੇ 'ਚ ਕਈ ਗੱਲਾਂ ਲਿਖੀਆਂ ਨੇ। ਹੋ ਸਕਦਾ ਹੈ ਸਾਡੇ 'ਚੋਂ ਕੁਝ ਇਹਨਾਂ ਗੱਲਾਂ ਨੂੰ ਸੁਣ ਕੇ ਸੋਚਣ ਤੇ ਕਹਿਣ ਕਿ ਸਾਡੀ ਪਤਨੀ ਦੇ ਸਿਰ ਤੇ ਚੜ੍ਹ ਜੂਗੀ। ਨਹੀਂ, ਇਹ ਉਹਨਾਂ ਦੇ ਵਿੱਚ ਕਿਵੇਂ ਪ੍ਰੇਮ ਔਰ ਏਕਤਾ ਸੰਬੰਧ, ਜਿਹੜਾ ਆਪਸੀ ਸੰਬੰਧ ਗੂੜਾ ਹੋਵੇ, ਉਹਦੇ ਲਈ ਪਰਮੇਸ਼ਰ ਦੇ ਵਚਨ ਦੇ ਆਧਾਰ ਦੇ ਉੱਤੇ ਕਈ ਗੱਲਾਂ ਦੱਸੀਆਂ ਗਈਆਂ ਨੇ। ਏਕਤਾ ਦੇ ਲਈ, ਨਜ਼ਦੀਕੀ ਦੇ ਲਈ, ਪ੍ਰੇਮ ਹੋਰ ਉਹਨਾਂ ਦਾ ਗੂੜਾ ਹੋਵੇ। ਪਤਰਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇੱਕ ਦੂਜੇ ਨਾਲ ਗੂੜਾ ਪ੍ਰੇਮ ਕਰੋ। ਕਿਹੋ ਜਿਹਾ ਪ੍ਰੇਮ ਕਰੋ? ਗੂੜਾ ਪ੍ਰੇਮ ਕਰੋ। ਇਹਨਾਂ ਦਾ ਫਿੱਕਾ ਪ੍ਰੇਮ ਵੀ ਹੁੰਦਾ ਹੈ ਨਾ, ਪਤਲਾ ਪ੍ਰੇਮ ਵੀ, ਗੂੜਾ ਗਾੜਾ ਪ੍ਰੇਮ ਵੀ, ਨਾ। ਸੋ ਇੱਕ ਦੂਜੇ ਨਾਲ ਗਾੜਾ ਪ੍ਰੇਮ ਕਰੋ। ਸੋ ਅਗਰ ਤੁਸੀਂ ਰੈਸਟੋਰੈਂਟ 'ਚ ਜਾਂਦੇ ਹੋ ਤਾਂ ਉੱਥੇ ਉਸ ਦਾ ਦਰਵਾਜ਼ਾ ਤੁਸੀਂ ਆਪ ਖੋਲੋ, ਆਦਰ ਦੇ ਤੌਰ ਤੇ ਨਾ। ਇਹ ਨਹੀਂ ਪਤਨੀ ਆਪ ਵੀ ਖੋਲ ਸਕਦੀ ਹੈ, ਲੇਕਿਨ ਆਦਰ ਦੇ ਤੌਰ ਤੇ। ਸੋ ਇਹੋ ਜਿਹੀਆਂ ਕੁੱਲਾਂ ਕਈ ਉਦਾਹਰਨ ਦਿੱਤੀ ਗਈਆਂ ਕਿ ਅਗਰ ਤੁਸੀਂ ਗੱਡੀ 'ਚ ਜਾ ਰਹੇ ਹੋ ਤਾਂ ਗੱਡੀ ਦਾ ਦਰਵਾਜ਼ਾ ਉਹਦੇ ਲਈ ਖੋਲੋ, ਹੈ ਨਾ। ਔਰ ਅੱਖਾਂ ਸਿਰਫ ਉਸ ਵੱਲ ਹੋਣ। ਔਰ ਅਗਰ ਉਹ ਤੁਸੀਂ ਕੁਰਸੀ ਤੇ ਬਹਿੰਦੇ ਹੋ ਤਾਂ ਉਸ ਦੀ ਕੁਰਸੀ ਨੂੰ ਫੜੋ ਔਰ ਪਿੱਛੇ ਕਰੋ ਤਾਂ ਕਿ ਉਹ ਬੈਠ ਜਾਏ। ਔਰ ਜਦੋਂ ਤੁਸੀਂ ਰਸਤੇ ਵਿੱਚ ਚੱਲਦੇ ਹੋ ਤਾਂ ਉਸ ਨੂੰ ਤੁਹਾਡੀ ਬਾਂਹ ਫੜ ਕੇ ਚੱਲਣ ਦਿਓ। ਜਦੋਂ ਅਸੀਂ ਆਪਣੇ ਵਾਤਾਵਰਣ ਤੋਂ ਅਲੱਗ ਹਾਂ, ਦੂਰ ਹਾਂ, ਹੈ ਨਾ,
इर्द गिर्द जो असी इस तरह करते हैं तो लोग बहुत सारिया गल्लां बनाते हैं ना। सो अलग वातावरण च असी उत्थे कर सकते हैं। जदों उठती है तो अपना हाथ हाथ दिओ, अगर वो कुर्सी तो उठती है तो उसनों अपना हाथ दिओ। इसका मतलब ये नहीं कि वो आप नहीं उठ सकती, लेकिन उसनों आदर दिखाने के लिए ना। सो ये एक खास समा जिहड़ा है क्वालिटी टाइम, या इंग्लिश दे विच बाहर फॉरन कंट्री च इनू डेट भी कहते। डेट्स आम तौर पर शादी करने तो पहला जिहड़े लड़का लड़की, डेट का मतलब है अजिहा समा जिहदे विच एक दूजे नूं जानते हैं। ठीक है। सो ऐसा ही समा पति पत्नी दे लई शादी तो बाद भी, ताकि वो एक दूजे दे होर करीब करीब आन ना, एक दूजे नूं समझ सकन, एक दूजे दे होर नज़दीक आन। और अजिहे समय लिखे पत्नी दी सुनो अलग किया होया ये दिन तुहानू बहुत समा देवेगा कि तुसी मिल के गलबात कर सको। याद रखो तुहानू मैं जो कुछ सुनने के विषय में सिखाया है अते उन्हां सारियां सिक्ख्यावां नू तुसी इस खास दिन दौरान उसनू सुनते समय लागू कर सकते। जो भी हुण तक सिक्ख्या है उन्हां गल्लां नू लागू कर सकते इस खास समय दे विच भी। और ये पहला योजना बनाओ। ये नहीं कि जे अज आप शुक्रवार नू या वीरवार नू शाम नू जाना है 5 बजे तो आप 4:30 बजे 4:45 कहिए कि भी आप चलना नहीं। पहला योजना बनाओ और उत्थे की असी लैके जाना है, किहो जिहा मौसम है बाहर, उहदे मुताबिक असी किस तरह तैयारी करनी है। हो सकता है साढ़े कोल ज़्यादा पैसे कई बारी नहीं होंदे, असी घरों कुछ समान तैयार करके खाना तैयार करके ले जा सकते हैं, पिकनिक के तौर पर इकट्ठे मिल के खा सकते हैं। और कई बार असीं सोचते हैं कि छोटे बच्चों न्याय होएगा, बच्चों की जिम्मेवारी किसी न किसी को दे दईए, दादा दादी नाना नानी या गुआढ़ी नज़दीक रिश्तेदार। और ये जिहड़ा तुहाडा आपसी समा होएगा ये बच्चों के लिए भी आशीष का कारण बनेगा। जो बच्चे देखणगे कि तुसीं हुण अगे नालों होर ज़्यादा खुश रहिंदे हो, होर एक दूजे के नज़दीक हो, तो बच्चे भी इस तो खुश होणगे और बच्चों के लिए भी एक अच्छी उदाहरण मिसाल जिहड़ी है तुहाडी होएगी। और इहदे नाल ही नाल मिल के प्रार्थना करो। उस समय इकट्ठे जो हुंदे हो मिल के प्रार्थना भी करनी है। और विशेष तौर पर निजी अपने आपसी मसलियां दे बारे या परिवार दे नाल जुड़ी हुई गल्लां दे बारे, आपसी संबंधां दे बारे, अपनी जिंदगियां दे बारे जिहड़ा है प्रार्थना भी करनी है। चौथा पॉइंट ये है कि मैं कई गल्लां जिहड़ियां ने वो टाइम हो रहा छड्ड रहा, एक चैप्टर हो रहे जे पे है, उस नाल रोमांस करो। रोमांस जी जदों गल आंदी है साडे विचों कईयां दा दिमाग जिहड़ा है वो बहुत तेजी नाल घूमण लग जाता है। रोमांस की जदों असीं गल कई करते हैं तो उन्होंने दिमाग सैक्स ते चले जाता है। सो रोमांस सैक्स नहीं है, सैक्स रोमांस का एक हिस्सा है। सो रोमांस दे विच मैं डिक्शनरी चो लभ रहा सी, गूगल ते सर्च कर रहा सी, पंजाबी वर्ड मैनूं सही इन्ना नहीं मिलिया। रोमांस के लिए पंजाबी च तां प्यार है, लेकिन हिंदी च अच्छा लफ्ज़ मिलिया, उहदे च प्रेम लीला। प्रेम लीला जिहड़ा है वो मतलब हर वो गल जिहड़ी साडे प्रेम नूं वधाउंदी है वो रोमांस च आंदी है। जरूरी नहीं कि बह के असी सैक्स दियां गल्लां या सैक्स दे लई तैयारी दियां गल्लां करनियां, नहीं। जदों
मैं सैक्स बारे गल नहीं कर रहा पुरुषों, ਵਿਆਹ ਦੇ ਦਾਇਰੇ ਵਿੱਚ ਸੈਕਸ ਰੋਮਾਂਸ ਦਾ ਇੱਕ ਹਿੱਸਾ ਹੈ, ਪਰ ਰੋਮਾਂਸ ਮੁੱਖ ਰੂਪ ਵਿੱਚ ਸੈਕਸ ਨਹੀਂ ਹੈ। ਇਹ ਰੋਜ਼ਮर्रा ਵਿੱਚ ਹੁੰਦਾ ਹੈ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਰੋਮਾਂਸ ਹੁੰਦਾ ਹੈ। ਰੋਮਾਂਸ ਤੁਹਾਡੇ ਦਿਲ ਨੂੰ ਜਦੋਂ ਤੁਸੀਂ ਆਪਣੀ ਪਤਨੀ ਨਾਲ ਸਾਂਝਾ ਕਰਦੇ ਹੋ, ਪਤੀ, ਉਹ ਵੀ ਰੋਮਾਂਸ ਹੈ। ਰੋਮਾਂਸ ਮਾਫੀ ਮੰਗਣਾ, ਜੇ ਸਾਨੂੰ ਮਾਫੀ ਮੰਗਣ ਦੀ ਲੋੜ ਹੈ, ਮਾਫੀ ਮੰਗਦੇ ਹਾਂ, ਉਹ ਵੀ ਰੋਮਾਂਸ ਹੈ। मैं ਤੁਹਾਨੂੰ प्रेम करदा, ਇਹ पत्नी ਨੂੰ ਕਹਿਣਾ, ਇਹ ਵੀ ਰੋਮਾਂਸ ਹੈ। पत्नी नाल बिताउण लई अलग किता समा रोमांस भरपूर है। फिर ये इकट्ठे प्रार्थना करना भी रोमांस है। ये सुनना, पत्नी दी सुनना, ये भी रोमांस है। हर रोज़ उठ के उसनू जय मसीह की करना, ये भी रोमांस है। रोमांस सारियां वड्डियां ते छोटियां चीज़ां हन जो तुसी इकट्ठे अनुभव करते हो। अगर पत्नी दी असी किसी काम च सहायता कर रहे हैं, वो भी रोमांस है। सो रोमांस का नतीजा ਇਹਦਾ ਕੀ ਹੁੰਦਾ ਹੈ? ਤੁਹਾਡੀ ਜ਼ਿੰਦਗੀ, ਵਿਆਹੁਤਾ ਜੀਵਨ ਅਤੇ ਪਰਿਵਾਰ ਨੂੰ ਪਿਆਰ, ਜਨੂਨ, ਨੇੜਤਾ, ਕੋਮਲਤਾ, ਹਮਦਰਦੀ ਅਤੇ ਆਨੰਦ ਨਾਲ ਭਰ ਦਿੰਦਾ ਹੈ। ਇੱਕ ਦੂਸਰੇ ਪ੍ਰਤੀ ਵਫਾਦਾਰੀ ਮਜ਼ਬੂਤ ਹੋਏਗੀ, ਕਿਉਂਕਿ ਜਦੋਂ ਦੇ ਦੋ ਲੋਕ ਸੱਚਮੁੱਚ ਪਿਆਰ ਵਿੱਚ ਹੁੰਦੇ ਹਨ ਤਾਂ ਕਿਸੇ ਨੂੰ ਵਿਸ਼ਵਾਸਘਾਤ ਕਰਨ ਦਾ ਵਿਚਾਰ ਸ਼ਾਇਦ ਹੀ ਆਉਂਦਾ ਹੈ। ਕਿਉਂਕਿ ਕੋਈ ਵੀ ਆਪਣੇ ਉੱਤਮ ਦੋਸਤ ਨੂੰ ਧੋਖਾ ਨਹੀਂ ਦਿੰਦਾ। ਜਦੋਂ ਅਸੀਂ ਇਸ ਤਰ੍ਹਾਂ ਰੋਮਾਂਸ 'ਚ ਹੁੰਦੇ ਹਾਂ ਤਾਂ ਤੀਜੇ ਬੰਦੇ ਨੂੰ ਸਾਡੇ ਪਰਿਵਾਰ ਦੇ ਵਿੱਚ ਨਜਾਇਜ਼ ਫਾਇਦਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਦੇਖਦਾ ਇਹ ਬਹੁਤ ਜੁੜੇ ਹੋਏ ਨੇ, ਬਹੁਤ ਇੱਕ ਦੂਜੇ ਦੇ ਨੇੜੇ ਨੇ। ਜਦੋਂ ਤੁਸੀਂ ਆਪਣੀ ਪਤਨੀ ਨੂੰ ਇਸ ਤਰ੍ਹਾਂ ਪ੍ਰੇਮ ਕਰਦੇ ਹੋ ਜਿਵੇਂ ਮਸੀਹ ਨੇ ਕਲੀਸਿਆ ਨਾਲ ਕੀਤਾ, ਤਾਂ ਤੁਹਾਡੀ ਪਤਨੀ ਤੁਹਾਡੇ ਪ੍ਰੇਮ ਨੂੰ ਮਹਿਸੂਸ ਕਰਦੀ ਹੈ ਅਤੇ ਤੁਹਾਡੇ ਨਾਲ ਬਹੁਤ ਜੋਸ਼ ਨਾਲ ਪਿਆਰ ਕਰਨਾ ਚਾਹੇਗੀ। जेकर तुसी सालों तो अपनी पत्नी नाल रोमांस नहीं किया तो ये करन दी शुरुआत करिए। उस नाल साडे आपसी संबंध होर गूढ़े और वधिया बेहतर होणगे, तरक्की वाले होणगे। मुख सीखण वालियां गल्लां भाग 3 दियां 1 कुरिन्थियों 13 उत्ते मनन करते हुए अपने दिल नूं अपनी पत्नी नाल बिना शर्त दे प्रेम करना सिखाओ। सानू सिखाना पएगा, पतियां नूं सिखाना पएगा कि असी बिना शर्त दे अपनी पत्नी नाल प्रेम करना है। अपने दिल नूं उस नाल साझा करो, दिल खोल के उहदे नाल गल करो। अक्सर माफ़ी मंगो, जो लोड़ है माफ़ी मंगीए उसनूं, अते हर कोई जो तुहाडे कोल है नूं दसो कि तुसी उसनूं प्रेम करदे हो। उस ਨੂੰ ਸੁਣੋ, ਉਸ ਨਾਲ ਗੁਣਕਾਰੀ ਸਮਾਂ ਅਲੱਗ ਰੱਖੋ, ਉਸ ਨਾਲ ਰੋਮਾਂਸ ਕਰੋ। ਰੋਮਾਂਸ ਸੋਚ ਸਮਝ ਕੇ ਅਤੇ ਜੋ ਤੁਹਾਡੀ ਪਤਨੀ ਨੂੰ ਪਸੰਦ ਹੈ ਉਹ ਹੀ ਦੇਣ ਦੇ ਮਕਸਦ ਨਾਲ ਹੋਵੇ। 2 ਸੂਚੀਆਂ ਨੂੰ ਬਣਾਓ। ਘਰ ਦੇ ਵਿੱਚ कई बार छोटे छोटे कामों च पति अगर मदद करता है वो भी रोमांस का हिस्सा बनता है। शायद शैल्फ जो ढिली हो गई, मिसाल दी गई है इत्थे, ढिली हो गई है, खिड़कियां जो गंदियां हो गई ने, बक्से जो अलग जगह रखने हैं, दीवार जिस उपर रंग होना है, झाड़ियां जिन्होंने कटाई होनी है। जो तुहानू काम मिलते हैं तो सूची विच लिख लो। उन्होंने कामों नूं जो असीं करते हैं, सहायता करते हैं, वो भी रोमांस है और साडे आपसी संबंध नूं गूढ़ा करता है, नज़दीक सानूं लिआंदा पति पत्नी नूं। हुण तुसीं दूजी सूची बनाओ। मेरी पत्नी लई जदों मैं सवेरे चाह बनाउंदा हां तां कदी कदी रात नूं रात दा खाना भी बनाउंदा तां ओह ये महसूस करदी है। कई पतियां दे लई ये सुन के जिहड़ी है
ਇਹ ਅਜੀਬ ਗੱਲ ਜਾਂ ਅਸੰਭਵ ਲੱਗਦੀ ਹੈ ਨਾ ਵੀ ਮੈਂ ਪਤਨੀ ਦੇ ਲਈ ਚਾਹ ਬਣਾ ਕੇ ਲੈ ਕੇ ਜਾਵਾਂ, ਉਹਦਾ ਫਰਜ਼ ਹੈ ਉਹ ਉੱਠੇ, ਉਹ ਉੱਠੇ। ਹਾਂ ਉਹ ਬਣਾ ਸਕਦੀ ਹੈ, ਲੇਕਿਨ ਅਜਿਹਾ ਕਰਨ ਦੇ ਦੁਆਰਾ ਅਸੀਂ ਪਤਨੀ ਦੇ ਪ੍ਰਤੀ, ਪਤੀ ਪਤਨੀ ਦੇ ਪ੍ਰਤੀ ਆਪਣਾ ਪ੍ਰੇਮ, ਜਿਸ ਤਰ੍ਹਾਂ ਮਸੀਹ ਨੇ ਕਲੀਸਿਆ ਨੂੰ ਪ੍ਰੇਮ ਕੀਤਾ, ਉਹ ਪ੍ਰਗਟ ਕਰਦੇ ਨੇ। ਯਿਸੂ ਨੇ ਕਲੀਸਿਆ ਨੂੰ ਪ੍ਰੇਮ ਕੀਤਾ ਤੇ ਚੇਲਿਆਂ ਦੇ ਲਈ ਕੀ ਕੀਤਾ? ਚੇਲਿਆਂ ਦੇ ਪੈਰ ਵੀ ਧੋਤੇ, ਚੇਲਿਆਂ ਦੇ ਪੈਰ ਵੀ ਪੂੰਝੇ, ਚੇਲਿਆਂ ਦੇ ਅੱਗੇ ਉਹ ਝੁਕ ਵੀ ਗਿਆ, ਝੁਕ ਕੇ ਉਹਨਾਂ ਦੇ ਪੈਰ ਪੂੰਝੇ। ਸੋ ਅਗਰ ਸਮੇਂ ਸਮੇਂ, ਮੈਂ ਵੀ ਬਹੁਤ ਸਾਲਾਂ ਤੋਂ ਚਾਹ ਸਵੇਰੇ ਬਣਾ ਕੇ ਪਿਲਾਨਾ, ਦਿਨ 'ਚ ਬਹੁਤ ਕੰਮ ਕਰਦੀ ਹੈ ਮੇਰੇ ਵੀ ਹੋਰ ਘਰ ਦੇ ਹੈ। ਸੋ ਜੇ ਅਗਰ ਮੈਂ ਸਵੇਰੇ ਚਾਹ ਪਿਲਾਨਾ ਹੈ, ਮੇਰਾ ਕੁਝ ਨਹੀਂ ਘਟਦਾ ਨਾ। ਕਈ ਵਾਰੀ ਮਨ 'ਚ ਸੁਸਤੀ ਵੀ ਆਉਂਦੀ ਹੈ, ਫਿਰ ਨਹੀਂ ਇਹੀ ਖਿਆਲ ਆਉਂਦਾ ਨਹੀਂ ਮੈਨੂੰ ਕਰਨਾ ਚਾਹੀਦਾ ਹੈ। ਇਹ ਕਰਨ ਦੇ ਦੁਆਰਾ ਅਸੀਂ ਆਪਣੇ ਪ੍ਰੇਮ ਨੂੰ ਔਰ ਆਦਰ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਪ੍ਰਗਟ ਕਰਦੇ ਹਾਂ। ਔਰ ਕੱਲ ਅਸੀਂ ਸਿੱਖਿਆ ਸੀ ਕਿ ਜਿੰਨਾ ਪਤੀ ਪਤਨੀ ਨੂੰ ਪ੍ਰੇਮ ਕਰਦਾ ਹੈ, ਉਨਾ ਹੀ ਜ਼ਿਆਦਾ ਪਤਨੀ ਪਤੀ ਦਾ ਆਦਰ ਕਰਦੀ ਹੈ। ਜਿੰਨਾ ਪਤਨੀ ਪਤੀ ਦਾ ਆਦਰ ਕਰਦੀ ਹੈ, ਉਨਾ ਪਤੀ ਪਤਨੀ ਨੂੰ ਪ੍ਰੇਮ ਕਰਦਾ ਹੈ, ਵੱਧਦਾ ਹੈ। ਔਰ ਜੇ ਅਸੀਂ ਇਹ ਕਹੀ ਜਾਈਏ ਪਹਿਲਾਂ ਉਹ ਕਰੂ ਤਾਂ ਮੈਂ ਕਰੂੰ, ਉਹ ਫਿਰ ਅਸੀਂ ਅੱਗੇ ਨਹੀਂ ਵੱਧਦੇ, ਅਸੀਂ ਡਾਊਨ ਜਾਂਦੇ ਹਾਂ। ਸੋ ਘਰ ਜਾ ਕੇ ਵੀ ਅੱਜ ਵੀ ਮੈਂ ਇਹੀ ਚੇਤਾਵਨੀ ਤੁਹਾਨੂੰ ਦੇਣਾ ਚਾਹੁੰਦਾ, ਇਹ ਨਾ ਦੇਖੀ ਜਾਇਓ ਵੀ ਮੈਂ ਦੇਖਦਾ ਇਹ ਸੁਣ ਕੇ ਆਈ ਹੈ, ਇਹ ਅਮਲ ਕਰਦੀ ਹੈ ਕਿ ਨਹੀਂ। ਜਾਂ ਪਤਨੀ ਕਹੇ ਵੀ ਮੈਂ ਹੁਣ ਦੇਖਦੀ ਹਾਂ ਵੀ ਜੋ 2 ਦਿਨ ਦੀ ਇਹਨੇ ਸਿੱਖਿਆ ਹੈ ਇਹ ਅਮਲ ਕਰਦਾ ਕਿ ਨਹੀਂ। ਤੁਹਾਡੀ ਦੋਨਾਂ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਪਹਿਲਾਂ ਸ਼ੁਰੂਆਤ ਕਰੋ ਨਾ, ਦੂਸਰੇ ਦਿਨ ਇੰਤਜ਼ਾਰ ਨਾ ਕਰੋ, ਆਪ ਸ਼ੁਰੂਆਤ ਕਰੋ। ਉਹ ਕੰਮ ਕਰਨਾ ਜੋ ਪਤੀ ਦੇ ਪ੍ਰਤੀ ਆਦਰ ਦਿਖਾਉਂਦੇ ਨੇ, ਉਹਨੂੰ ਕਰਨਾ ਸ਼ੁਰੂ ਕਰੋ। ਉਹ ਗੱਲਾਂ ਬੋਲਣਾ, ਉਹ ਕੰਮ ਕਰਨਾ, ਉਹ ਵਿਹਾਰ ਕਰਨਾ ਜੋ ਪਤੀ ਦਾ ਆਦਰ ਦਿਖਾਉਂਦੇ ਨੇ ਕਰਨਾ ਸ਼ੁਰੂ ਕਰੋ। ਉਹ ਗੱਲਾਂ ਜੋ ਪਤਨੀ ਦੇ ਪ੍ਰਤੀ ਪ੍ਰੇਮ ਪ੍ਰਗਟ ਕਰਦੇ ਨੇ, ਉਹਨਾਂ ਨੂੰ ਬੋਲਣਾ ਤੇ ਕਰਨਾ ਸ਼ੁਰੂ ਕਰੋ। ਅੱਗੇ ਚੌਥਾ ਚੈਪਟਰ ਹੈ ਚੌਕੰਨੇ ਰਹੋ। ਹੁਣ ਇਹਦੇ ਵਿੱਚ ਕੁਝ ਐਸੀਆਂ ਗੱਲਾਂ ਆਣਗੀਆਂ ਜਿਨ੍ਹਾਂ ਤੋਂ ਅਸੀਂ ਚੌਕਸੀ ਕਰਨੀ, ਚੌਕੰਨੇ ਰਹਿਣਾ ਹੈ। ਕਿਉਂਕਿ ਜੇ ਚੌਕਸ ਨਹੀਂ ਹੋਵਾਂਗੇ, ਇਹ ਕੁਝ ਗੱਲਾਂ ਜਿਹੜੀਆਂ ਨੇ ਸਾਡੇ ਪਰਿਵਾਰ ਦੇ ਜ਼ਿੰਦਗੀ ਦੇ ਵਿੱਚ ਔਰ ਸਾਡੇ ਸੰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਲਿਆਉਂਦੇ, ਸਾਨੂੰ ਦੂਰ ਕਰ ਸਕਦੇ ਇੱਕ ਦੂਜੇ ਤੋਂ। ਸਭ ਤੋਂ ਪਹਿਲਾ ਹੈ ਉਹਦੇ 'ਚ ਪੈਸੇ ਦੀ ਕਮੀ। ਪੈਸੇ ਦੀ ਕਮੀ ਪਰਿਵਾਰ ਦੇ ਵਿੱਚ ਕਈ ਸਮੱਸਿਆ ਖੜੀ ਕਰਦੀ ਹੈ। ਅਗਰ ਦੋਨੋਂ ਮਿਲ ਕੇ ਪਤੀ ਪਤਨੀ ਇਹਦਾ ਹੱਲ ਨਹੀਂ ਲੱਭਦੇ ਔਰ ਇੱਕ ਦੂਜੇ ਤੇ ਦੋਸ਼ ਦੇਈ ਜਾਂਦੇ ਨੇ, ਤੈਨੂੰ ਕੋਈ ਕੰਮ ਚੱਜ ਦਾ ਕੰਮ ਨਹੀਂ ਮਿਲਦਾ, ਤੂੰ ਕੋਈ ਜ਼ਿੰਦਗੀ 'ਚ ਕੋਈ ਟ੍ਰੇਨਿੰਗ ਨਹੀਂ ਕੀਤੀ, ਕੋਈ ਸਿੱਖਿਆ ਨਹੀਂ, ਨਾ ਤੈਨੂੰ ਬਾਹਰ ਜਾਣ ਦਾ ਕੋਈ ਮੌਕਾ ਮਿਲ ਰਿਹਾ ਹੈ, ਤੇਰੀ ਆਮਦਨ ਘੱਟ ਹੈ, ਜਾਂ ਔਰਤ ਨੂੰ ਕਹੀ ਜਾਣਾ ਤੂੰ ਖਰਚੇ ਬਹੁਤ ਕਰਦੀ ਹੈ ਨਾ। ਸੋ ਇੱਕ ਦੂਜੇ ਦੇ ਦੋਸ਼ ਲਾਉਣ ਨਾਲ ਜਿਹੜਾ ਹੈ ਇਹਦਾ ਹੱਲ ਨਹੀਂ, ਲੇਕਿਨ ਦੋਨੋਂ ਇਕੱਠੇ ਮਿਲ ਕੇ ਜਿਹੜਾ ਹੈ ਇਹਦਾ ਹੱਲ ਲੱਭ ਸਕਦੇ ਹੈ। ਪੈਸੇ ਦੀ ਤੰਗੀ ਆਮ ਤੌਰ ਤੇ 2 ਕਾਰਨਾਂ ਕਰਕੇ ਹੁੰਦੀ ਹੈ, ਮੋਟੀ ਵੈਸੇ ਬਹੁਤ ਡਿਟੇਲ 'ਚ ਹੈ, ਤੁਸੀਂ ਨੋਟਸ ਜਿਹਨੇ ਲਏ ਨੇ ਤੁਸੀਂ ਨੋਟਸ ਪੜ੍ਹ ਸਕਦੇ ਹੋ, ਇੱਥੇ ਸਮਾਂ ਨਹੀਂ ਹੈ ਡਿਟੇਲ ਜਾਣ ਦਾ। ਸੋ ਪਹਿਲੀ ਗੱਲ, ਅਸੀਂ ਚਾਦਰ ਤੋਂ ਵੱਧ ਕੇ ਪੈਰ ਪਸਾਰਦੇ ਹਾਂ। ਜਦੋਂ ਜਿੰਨੀ ਸਾਡੀ ਆਮਦਨ ਹੈ ਉਸ ਤੋਂ ਵੱਧ ਕੇ ਅਸੀਂ ਖਰਚਾ ਕਰਦੇ ਹਾਂ, ਦੂਜਿਆਂ ਦੀ ਰੀਸ ਕਰਦੇ ਹਾਂ। ਮੇਰੇ ਰਿਸ਼ਤੇਦਾਰ ਨੇ ਇਹ ਲੈ ਲਿਆ, ਮੈਂ ਕਿਹੜਾ ਘਾਟਾ, ਮੈਂ ਵੀ ਲਵਾਂਗਾ। ਗੁਆਂਢੀਆਂ ਕੋਲ ਇਹ ਹੈ, ਮੇਰੇ ਕੋਲ ਵੀ ਹੋਣਾ ਚਾਹੀਦਾ ਹੈ। ਸੋ ਕਈ ਵਾਰ ਅਸੀਂ ਆਪਣੀ ਆਮਦਨ ਤੋਂ ਵੱਧ ਕੇ ਜਦੋਂ ਖਰਚਾ ਕਰਦੇ ਹਾਂ, ਅਸੀਂ ਕਰਜ਼ੇ ਦੇ ਥੱਲੇ
दब जाने हैं। कई बार साडी आमदनी घट हुंदी है, खर्चे ज़्यादा हुंदे ने, जिहड़े खर्चे जरूरी ने वो खर्चे भी पूरे नहीं हुंदे। अगर ऐसा हुंदा है तां सानू अगर एक्सट्रा काम भी करना पैंदा कुछ देर दे लई, असीं एक्सट्रा काम करिए। बहुत सारे लोग करते ने। साडा अपना जवाई जिहड़ा है उन्होंने मकान लिया है तो हुण वो 2 जगह काम करता है। एक जगह शाम नूं 2 घंटे एक्सट्रा काम दूजी कंपनी दूजे ऑफिस करता है, ताकि अपना जिहड़ा उन्होंने कर्जा मकान दे लिए लिया वो कर्जा हर महीने उतारन। सो अगर साडे खर्चे ज़्यादा ने, सानू अगर ओवर टाइम लाने की लोड़ पैंदी है कुछ देर के लिए, असीं ओवर टाइम लगाइए ना। और कई परिवारों दे विच पति पत्नी दोनों समझदार हुंदे ने, कईयां च पत्नियां समझदार हुंदियां पैसे खर्चण दे विच ना। साडे परिवार दे विच मेरी पत्नी मेरे तो ज़्यादा समझदार है, पैसे किस तरह खर्च करने मैनू नहीं इन्ना हिसाब जिन्ना उन्होंने पता है ना। सो अगर पत्नी अगर समझदार है, उन्होंने परमेश्वर ने गुण दिता है, तो उन्होंने जिम्मेवारी दे दिओ कि वो घर के खर्चे किस तरह मैनेज करना है, कित्थे कितना खर्च करना है, वो करे ना। दोने बैठ के आपसी सहमति के नाल भी तुसी कर सकते हो। और सब तो वड्डी एक गल है पैसे ते बरकत दे लई, वो है कि असीं परमेश्वर का हिस्सा परमेश्वर नूं देना शुरू करिए। अपने दशमांश वफादारी दे नाल 10वां हिस्सा कढ़िए, भेंटां कढ़िए। मलाकी 3 दे विच कहंदा है अपने दशमांश ते भेंटां मेरे मोदी खाने च लियाओ, अजिहा करके मैनूं परखो, मैं आकाश दी खिड़कियां तुहाडे लई खोलदा कि नहीं, इत्थों तक बरकत भरावांगा कि तुहाडी रखण दी थां नहीं होवेगी। एक समा सी जो मेरी जिंदगी च भी कर्जे च मैं बहुत दबाया सी। एक कर्जे नूं लाण दे लई दूसरा कर्जा लेना पैंदा सी, लेकिन धन्नवाद है परमेश्वर ने जो सिखाया, परमेश्वर ने छुटकारा दिता। और अज मैं कह सकदा कि परमेश्वर उस स्टेज ते लै गया जिथे मैं कह सकदा कि रखण थां नहीं हुंदी। सो मैं परमेश्वर का धन्नवाद करदा। मेरे जी जो साडे च कईयां नूं इस खेतर दे विच भी काम करन दी लोड़ है। दशमांश दे विच वफादारी, फिर साडे पैसे ते बरकत भी हुंदी है। और कर्जे तो प्रभु जिहड़ा छुटकारा दिंदा है। परमेश्वर की मर्जी नहीं कि परमेश्वर दे लोग कर्जे थले दबण। वो कहंदा तुसीं देण वाले होगे, कर्जा देण वाले होगे, लैण वाले नहीं। परमेश्वर की योजना यह है कि असीं कर्जे देण वाले बणीए, लैण वाले नहीं। सो परमेश्वर उस तो भी सानू जिहड़ा है आज़ादी देना चाहुंदा है। पैसे दे विषे बाइबल दे विचार कुछ असीं वेखांगे। मत्ती 6 अध्याय 19 तो 21। अपने लिए धरती उत्ते धन ना जोड़ो जिथे कीड़ा ते जंगाल विगाड़दा है। अपने लिए धरती ते धन ना जोड़ो। कईयां दे मन धरती ते धन जोड़न, विश्वासियों की गल करदा मैं, धरती ते धन जोड़न दे उत्ते लग जांदे ने। अते जिथे चोर सन मारदे चुराउंदे हन, पर सुरग विच अपने लिए धन जोड़ो जिथे ना कीड़ा ना जंगाल विगाड़दा है, और जिथे चोर ना सन मारदे ना चुराउंदे हन, क्योंकि जिथे तेरा धन है उत्थे तेरा मन भी होवेगा। मत्ती 19:24 दे विच फिर मैं तुहानूं आखदा जो सूई दे नक्के दे विच दी ऊंट दा लंघना इस नाल सुखाला है जो धनी मनुख परमेश्वर दे राज विच वड़े। मेरे ख्याल मरकुस दी इंजील दे विच इस इहदे नाल जोड़िया गया, इहदे नाल लिखिया गया। यीशु कहंदे ने जो धन ते भरोसा रखदे ने उन्हां दे लई सूई जिहड़ा है वो सूई दे नक्के चों ऊंट निकलना आसान है, लेकिन जिहड़े धन ते भरोसा रखदे ने वो परमेश्वर दे राज च वड़ नहीं सकदे। सो देखना असीं किस ते भरोसा रखते हैं। प्रभु ने एक जगह जीवन च आख्या कि
ਅਨੰਤ ਜੀਵਨ ਇਹ ਹੈ ਕਿ ਉਹ ਤੈਨੂੰ ਜਾਣਨ, ਤੈਨੂੰ ਅਦਿੱਤ ਪਰਮੇਸ਼ਰ ਨੂੰ ਜਾਣਨ। ਸੋ ਪਰਮੇਸ਼ਰ ਨੂੰ ਜਾਣਨਾ, ਉਹਦੇ ਵਿੱਚ ਬਣੇ ਰਹਿਣਾ, ਉਹਦੇ ਵਿੱਚ ਵਧਣਾ ਸਾਡੀ ਜ਼ਿੰਦਗੀ ਹੈ। ਪੈਸਾ ਪਹਿਲੀ ਥਾਂ ਤੇ ਨਹੀਂ ਹੋਣਾ ਚਾਹੀਦਾ, ਪੈਸਾ ਦੂਜੀ ਥਾਂ ਤੇ। ਪੈਸਾ ਸਾਨੂੰ ਚਾਹੀਦਾ ਸਾਰਿਆਂ ਨੂੰ। ਪੈਸੇ ਤੋਂ ਬਿਨਾਂ ਭੋਜਨ ਖਰੀਦਣਾ, ਲੋੜਾਂ ਪੂਰੀਆਂ ਕਰਨਾ ਮੁਸ਼ਕਿਲ ਹੈ। ਜਦ ਤੱਕ ਪੈਸਾ ਜਿਹੜਾ ਹੈ ਸਾਡਾ ਗੁਲਾਮ ਬਣਿਆ ਰਹਿੰਦਾ, ਨੌਕਰ ਬਣਿਆ ਰਹਿੰਦਾ, ਉਦੋਂ ਤੱਕ ਤਾਂ ਠੀਕ ਹੈ। ਜਦੋਂ ਸਾਡਾ ਮਾਲਕ ਬਣ ਜਾਂਦਾ ਹੈ ਉਦੋਂ ਸਮੱਸਿਆ ਆ ਜਾਂਦੀ ਹੈ। ਸੋ ਪੈਸੇ ਨੂੰ ਮਾਲਕ ਨਾ ਬਣਨ ਦਿਓ। ਮਾਲਕ ਕੀ ਕਰਦਾ ਹੈ, ਆਪਣੇ ਨੌਕਰ ਨੂੰ ਜਾਂ ਗੁਲਾਮ ਨੂੰ ਜਿਸ ਤਰ੍ਹਾਂ ਕਹਿੰਦਾ ਹੈ ਉਸ ਤਰ੍ਹਾਂ ਕਰਾਉਂਦਾ ਹੈ। ਸੋ ਕਈ ਵਾਰੀ ਪੈਸੇ ਦੇ ਉੱਤੇ ਸਾਡਾ ਧਿਆਨ ਇੰਨਾ ਚਲਾ ਜਾਂਦਾ ਹੈ, ਪੈਸੇ ਦੇ ਇੰਨਾ ਲਾਲਚ ਦੇ ਨਾਲ ਅਸੀਂ ਘਿਰ ਜਾਂਦੇ ਹਾਂ ਜਾਂ ਉਹਦੇ ਨਾਲ ਇੰਨਾ ਪ੍ਰੇਮ ਕਰਦੇ ਹਾਂ ਕਿ ਉਹਨੂੰ ਹਾਸਲ ਕਰਨ ਦੇ ਲਈ ਜੋ ਕੁਝ ਸਾਨੂੰ ਕਰਨਾ ਪੈਂਦਾ ਸੀ, ਕਰਨਾ ਚਾਹੀਦਾ, ਕਰਦੇ ਹਾਂ। ਪਰਮੇਸ਼ਰ ਦਾ ਵਚਨ, ਉਹਨੂੰ ਅਸੀਂ ਪਿੱਛੇ ਛੱਡ ਦਿੰਦੇ ਹਾਂ। ਸੋ ਲੂਕਾ 14:23-33, ਪਰਮੇਸ਼ਰ ਪਹਿਲੇ ਸਥਾਨ ਤੇ ਹੋਣਾ ਚਾਹੀਦਾ ਹੈ। ਇਸ ਲਈ ਹੀ ਨਹੀਂ ਕਿ ਉਹ ਇਸ ਦੇ ਯੋਗ ਹੈ, ਪਰ ਕਿਉਂਕਿ ਉਹ ਜਾਣਦਾ ਹੈ ਜਦੋਂ ਉਹ ਪਹਿਲੇ ਸਥਾਨ ਤੇ ਹੋਵੇਗਾ ਤਾਂ ਸਾਡੇ ਕੋਲ ਸਭ ਤੋਂ ਵਧੀਆ, ਆਨੰਦਮਈ ਅਤੇ ਸਭ ਤੋਂ ਵੱਧ ਸੰਪੂਰਨ ਜੀਵਨ ਹੁੰਦਾ ਹੈ। ਪਰਮੇਸ਼ਰ ਇਸ ਲਈ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਹਿਲੀ ਥਾਂ ਤੇ ਰੱਖੀਏ ਤਾਂ ਕਿ ਅਸੀਂ ਬਰਕਤਾਂ ਦੇ ਵਿੱਚ ਚੱਲੀਏ, ਸਾਨੂੰ ਬਰਕਤਾਂ ਦੇ ਸਕੇ। ਭਾਵੇਂ ਸੰਸਾਰ ਸਾਨੂੰ ਬਾਰ-ਬਾਰ ਦੱਸੇ ਕਿ ਜ਼ਿੰਦਗੀ ਦਾ ਅਰਥ ਪੈਸਾ ਹੈ, ਸੰਪत्ति ਤੇ ਸ਼ਕਤੀ ਹੈ, ਪਰ ਸੰਸਾਰ ਝੂਠ ਬੋਲਦਾ ਹੈ। ਲੂਕਾ 12:15 ਵਿੱਚ ਲਿਖਿਆ, ਕਿਸੇ ਦਾ ਜੀਵਨ ਉਸ ਦੀ ਸੰਪत्ति ਦੀ ਬਹੁਤਾਇਤ ਤੋਂ ਨਹੀਂ ਹੁੰਦਾ। ਸੰਪत्ति, ਪੈਸਾ ਸਾਡੇ ਕੋਲ ਵੱਧ ਜਾਏ, ਇਸ ਤੋਂ ਕਹਿੰਦਾ ਕਿਸੇ ਜ਼ਿੰਦਗੀ ਨਹੀਂ ਹੁੰਦੀ। ਧਿਆਨ ਰੱਖੋ ਅਤੇ ਸਾਵਧਾਨ ਰਹੋ, ਇਹ ਝੂਠ ਲਾਲਚ ਨੂੰ ਜਗਾਏਗਾ ਅਤੇ ਲਾਲਚ ਮੂਰਤੀ ਪੂਜਾ ਹੈ। ਕੁਲਸੀਆ 3:5। ਇਸ ਲਈ ਇੱਥੇ ਖਤਰਾ ਬਹੁਤ ਜ਼ਿਆਦਾ ਹੈ। ਇਹ ਤੁਹਾਡੀ ਜ਼ਿੰਦਗੀ ਬਾਰੇ ਹੈ, ਨਾ ਕਿ ਉਸ ਸੰਪत्ति ਬਾਰੇ। ਯੋਹੰਨਾ 17:3 ਦੇ ਵਿੱਚ ਲਿਖਿਆ ਹੈ, ਇਸ ਲਈ ਹੀ ਯਿਸੂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਅਲੱਗ ਢੰਗ ਨਾਲ ਪਰਿਭਾਸ਼ਿਤ ਕਰਦਾ ਹੈ। ਯਿਸੂ ਕਹਿੰਦਾ ਹੈ ਕਿ ਜ਼ਿੰਦਗੀ ਪਰਮੇਸ਼ਰ ਨੂੰ ਜਾਣਨ ਦੀ ਹੈ, ਵਿੱਚ ਹੈ। ਪਰਮੇਸ਼ਰ ਨੂੰ ਜਾਣਨ ਵਿੱਚ ਜ਼ਿੰਦਗੀ ਹੈ, ਯੋਹੰਨਾ 17:3 ਵਿੱਚ। ਅਤੇ ਸਦੀਪਕ ਜੀਵਨ ਇਹ ਹੈ ਕਿ ਉਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ਰ ਹੈ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੈਂ ਘੱਲਿਆ ਜਾਣਨ। ਪਰਮੇਸ਼ਰ ਨੂੰ ਜਾਣਨ ਦੇ ਵਿੱਚ ਹੀ ਜ਼ਿੰਦਗੀ ਹੈ। ਜ਼ਿੰਦਗੀ ਚੀਜ਼ਾਂ ਲੈਣ ਬਾਰੇ ਨਹੀਂ ਹੈ। ਚੀਜ਼ਾਂ ਸੜ ਜਾਣਗੀਆਂ, ਉਹਨਾਂ ਨੂੰ ਜੰਗਾਲ ਲੱਗਦਾ ਹੈ, ਉਹ ਗੁਆਚ ਜਾਂਦੀਆਂ ਨੇ। ਅੰਤ ਵਿੱਚ ਜਦੋਂ ਅਸੀਂ ਮਰਦੇ ਹਾਂ ਤਾਂ ਸਭ ਕੁਝ ਧਰਤੀ ਤੇ ਛੱਡ ਦਿੰਦੇ ਹਾਂ। ਨਹੀਂ, ਜੀਵਨ ਚੀਜ਼ਾਂ ਲੈਣ ਵਿੱਚ ਨਹੀਂ ਹੈ, ਜ਼ਿੰਦਗੀ ਪਰਮੇਸ਼ਰ ਨੂੰ ਜਾਣਨ ਵਿੱਚ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਸਾਨੂੰ ਬਰਕਤਾਂ ਨਹੀਂ ਦੇਣਾ ਚਾਹੁੰਦਾ। ਲੇਕਿਨ ਪਹਿਲਾਂ ਤੁਸੀਂ ਉਹਦੇ ਰਾਜ ਤੇ ਧਰਮ ਦੀ ਖੋਜ ਕਰੋ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਪਹਿਲ ਜਿਹੜੀ ਹੈ ਪਰਮੇਸ਼ਰ ਨੂੰ, ਉਹਦੇ ਰਾਜ ਧਰਮ ਨੂੰ ਅਸੀਂ ਦੇਣੀ ਹੈ। ਔਰ ਆਪਣੀ ਜ਼ਿੰਦਗੀ 'ਚ ਪਰਮੇਸ਼ਰ ਨੂੰ ਵਧਾਉਣਾ ਹੈ, ਪੈਸੇ ਨੂੰ ਨਹੀਂ। ਲੂਕਾ 12:17 ਦੇ ਵਿੱਚ ਉਸ ਧਨੀ ਵਿਅਕਤੀ ਨੇ ਕੀ ਕੀਤਾ, ਕੀ ਕਿਹਾ, ਮੈਂ ਕੀ ਕਰਾਂ ਜਦੋਂ ਬਹੁਤ ਫਸਲ ਹੋ ਗਈ ਉਹਦੀ, ਮੈਂ ਕੀ ਕਰਾਂ ਕਿਉਂਕਿ ਮੇਰੇ ਕੋਲ ਇਹ ਫਸਲ ਰੱਖਣ ਲਈ ਜਗ੍ਹਾ ਨਹੀਂ ਹੈ। ਮੇਰੇ ਕੋਲ ਫਸਲ ਰੱਖਣ ਲਈ ਜਗ੍ਹਾ ਨਹੀਂ ਹੈ। ਅਗਰ ਅਸੀਂ ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਤਾਂ ਜੇ ਸਾਡੇ ਕੋਲ ਜਗ੍ਹਾ ਨਹੀਂ ਹੈ, ਅਸੀਂ ਉਹ ਫਸਲ ਉਹਨਾਂ ਦੇ ਨਾਲ ਵੰਡ ਦੇਵਾਂਗੇ, ਉਹ ਅਨਾਜ ਉਹਨਾਂ ਨਾਲ ਵੰਡ ਦੇਵਾਂਗੇ ਜਿਨ੍ਹਾਂ ਕੋਲ ਅਨਾਜ ਨਹੀਂ ਹੈ, ਜਿਹੜੇ ਭੁੱਖੇ ਨੇ, ਜਿਨ੍ਹਾਂ ਕੋਲ ਕਮੀ ਹੈ। ਉਹਨੇ ਕੀ ਜਵਾਬ ਦਿੱਤਾ 12:18 ਦੇ ਵਿੱਚ, ਲੂਕਾ 12:18 ਦੇ ਵਿੱਚ, ਮੈਂ ਆਪਣੇ ਕੋਠੇ ਨੂੰ ਢਾਹ ਕੇ ਨਵਾਂ ਕੋਠਾ ਬਣਾਵਾਂਗਾ। 18:20 ਚੋਂ ਕਹਿੰਦਾ ਹੈ, ਉਹਨੂੰ ਜਵਾਬ ਦਿੱਤਾ ਜਾਂਦਾ, ਮੂਰਖ, ਅੱਜ ਰਾਤ ਹੀ ਤੂੰ ਮਰ ਜਾਏਗਾ। ਲੂਕਾ 12:21 ਦੇ ਵਿੱਚ। ਹੁਣ ਮਸੀਹ ਕਿੱਥੇ ਕਹਾਣੀ ਖਤਮ ਕਰ ਸਕਦਾ ਹੈ? 12:21 ਵਿੱਚ ਕਹਿੰਦਾ, ਆਇਤ ਵਿੱਚ ਹਰ ਇੱਕ ਲਈ ਇਸ ਨੂੰ ਲਾਗੂ ਕਰਦਾ ਹੈ। ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ਰ ਦੇ ਅੱਗੇ ਧਨਵਾਨ ਨਹੀਂ। ਇਹ ਆਪਣੇ ਲਈ ਧਨ ਜੋੜਦਾ ਹੈ। ਧਨ ਜੋੜਨਾ ਮਾਰਾ ਨਹੀਂ ਹੈ ਜੇ ਇਸ ਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਵੀ ਇਸਤੇਮਾਲ ਕਰਦੇ ਹਨ। ਪਰਮੇਸ਼ਰ ਦੇ ਰਾਜ
ਵਿੱਚ ਇਸਤੇਮਾਲ ਕਰਨ ਦੇ ਲਈ ਪਹਿਲ ਦਿੰਦੇ ਆ ਤਾਂ ਧਨ ਬੁਰਾ ਨਹੀਂ ਹੈ, ਲੇਕਿਨ ਇਸ ਨੇ ਆਪਣੇ ਲਈ ਧਨ ਜੋੜਿਆ, ਪਰਮੇਸ਼ਰ ਵਿੱਚ ਧਨੀ ਨਹੀਂ। ਪਰਮੇਸ਼ਰ ਵਿੱਚ ਧਨੀ ਅਸੀਂ ਵਿਸ਼ਵਾਸ ਦੇ ਵਿੱਚ ਚੱਲਦੇ ਹੋਏ, ਉਹਦੇ ਵਚਨ ਦੇ ਵਿੱਚ ਬਣੇ ਰਹਿ ਕੇ, ਉਹਦੀ ਆਗਿਆ ਮੰਨਦੇ ਜ਼ਿੰਦਗੀ ਗੁਜ਼ਾਰਦੇ ਹੋਏ ਪਰਮੇਸ਼ਰ ਵਿੱਚ ਧਨੀ ਅਸੀਂ ਬਣਦੇ ਹਾਂ। ਸੋ ਮੇਰੇ ਜੀਜ਼ੋ, ਬਹੁਤ ਜ਼ਰੂਰੀ ਹੈ ਕਿ ਪੈਸੇ ਦੀ ਜੋ ਥਾਂ ਜਿੱਥੇ ਹੈ ਉੱਥੇ ਅਸੀਂ ਰੱਖੀਏ, ਪਹਿਲ ਪਰਮੇਸ਼ਰ ਨੂੰ, ਪਰਮੇਸ਼ਰ ਦੇ ਕੰਮਾਂ ਨੂੰ ਅਸੀਂ ਦਈਏ। ਔਰ ਦੂਜੀ ਗੱਲ ਜਿਹੜੀ ਇੱਥੇ ਹੈ, ਜਿਹੜੀ ਸਾਡੇ ਪਰਿਵਾਰ ਦੇ ਵਿੱਚ ਫੁੱਟ ਜਾਂ ਵਿਗਾੜ ਲਿਆ ਸਕਦੀ ਹੈ, ਪਤੀ ਪਤਨੀ ਨੂੰ ਇੱਕ ਦੂਜੇ ਤੋਂ ਅਲੱਗ ਕਰ ਸਕਦੀ ਹੈ। ਪਹਿਲੀ ਗੱਲ ਅਸੀਂ ਵੇਖੀ ਪੈਸਾ, ਔਰ ਦੂਜੀ ਗੱਲ ਜਿਹੜੀ ਹੈ ਉਹ ਹੈ ਸੰਭੋਗ, ਜਿਹਨੂੰ ਸੈਕਸ ਆਪਾਂ ਕਹਿੰਦੇ ਹਾਂ। ਇੱਥੇ ਸਾਰੇ ਸਮਝਦਾਰ ਨੇ, ਇਸੇ ਕਰਕੇ ਇੱਥੇ 20 ਸਾਲ ਤੋਂ ਉੱਤੇ ਦਿਆਂ ਨੂੰ ਬੁਲਾਇਆ ਗਿਆ ਸੀ। ਜਿਹੜੀ ਮੇਰੀ ਪਤਨੀ ਨੇ, ਜੋਤੀ ਨੇ ਸਿੱਖਿਆ ਦਿੱਤੀ ਹੈ, ਉਹਦੇ ਵਿੱਚ ਵੀ ਲਾਸਟ ਦੇ ਪੋਰਸ਼ਨ 'ਚ ਤੁਸੀਂ ਨੋਟਸ ਪੜ੍ਹੋਗੇ, ਸੰਭੋਗ ਦੇ ਬਾਰੇ, ਸੈਕਸ ਦੇ ਬਾਰੇ, ਪਤੀ ਪਤਨੀ ਦਾ ਜੋ ਸਰੀਰਕ ਸੰਬੰਧ ਹੈ ਇਹਦੇ ਬਾਰੇ ਕੁਝ ਸਿੱਖਿਆ ਹੈਗੀ ਹੈ। ਸੋ ਮੇਰੇ ਨਾਲ ਜਦੋਂ ਚਰਚਾ ਕਰ ਰਹੀ ਸੀ, ਦੱਸ ਰਹੀ ਸੀ, ਕਹਿੰਦੀ ਮੈਂ ਇਹਨੂੰ ਛੱਡ ਦੂੰਗੀ। ਮੈਂ ਕਹਿੰਦੀ ਛੱਡਣਾ ਨਹੀਂ ਚਾਹੀਦਾ, ਇਹਨੂੰ ਦੱਸਣਾ ਚਾਹੀਦਾ ਹੈ। ਉਹਨੇ ਮੈਨੂੰ ਸਵਾਲ ਕੀਤਾ ਕਿ ਜੇ ਸ਼ਿਬਾ ਬੈਠੀ ਹੋਵੇ, ਸ਼ਿਬਾ ਦੇ ਸਾਹਮਣੇ ਬੋਲੋਗੇ? ਮੈਂ ਕਿਹਾ ਅਗਰ ਕਲਾਸ 'ਚ ਸ਼ਿਬਾ ਬੈਠੀ ਹੈ, ਗਰੁੱਪ 'ਚ ਸ਼ਿਬਾ ਬੈਠੀ ਹੈ, ਮੈਂ ਬੋਲਾਂਗਾ। ਇਹ ਅਜਿਹਾ ਵਿਸ਼ਾ ਹੈ ਜਿਹਦੇ ਬਾਰੇ ਅਗਰ ਚਰਚ ਦੇ ਵਿੱਚ ਸਹੀ ਸਿੱਖਿਆ ਨਹੀਂ ਦਿੱਤੀ ਜਾਂਦੀ, ਪ੍ਰਭੂ ਦੇ ਲੋਕ ਸਹੀ ਸਿੱਖਿਆ ਨਹੀਂ ਦੇਣਗੇ, ਤਾਂ ਸਾਡੇ ਬੱਚੇ, ਸਾਡੇ ਨੌਜਵਾਨ ਔਰ ਅਸੀਂ ਵੀ ਸੰਸਾਰ ਤੋਂ ਗਲਤ ਸਿੱਖਿਆ ਲੈ ਲਾਂਗੇ। ਸੋ ਮੈਂ ਮਾਸਟਰ ਗੁਰਵਿੰਦਰ ਨੂੰ ਪੁੱਛ ਰਿਹਾ ਸੀ ਕਿ ਸਕੂਲਾਂ 'ਚ ਕਿਹੜੀ ਕਲਾਸ ਤੋਂ ਸੈਕਸ ਦੀ ਸਿੱਖਿਆ ਦਿੱਤੀ ਜਾਂਦੀ। ਉਹਨਾਂ ਨੇ ਦੱਸਿਆ 9ਵੀਂ ਕਲਾਸ ਤੋਂ। 9ਵੀਂ ਕਲਾਸ ਤੋਂ ਸੈਕਸ, ਸਰੀਰਕ ਸੰਬੰਧ ਪਤੀ ਪਤਨੀ ਦਾ ਕੀ ਹੈ, ਇਹਦੇ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਹੁਣ ਜੇ ਕੋਈ ਬਾਪ ਕਹੇ ਕਿ ਮੇਰੀ ਧੀ ਵੀ ਇੱਥੇ ਪੜ੍ਹਦੀ ਹੈ, ਮੈਂ ਨਹੀਂ ਇਹ ਚੈਪਟਰ ਤੇ ਪੜ੍ਹਾਉਣਾ, ਕੰਮ ਨਹੀਂ ਚੱਲੇਗਾ। ਡਾਕਟਰ, ਜਿਹੜੇ ਡਾਕਟਰਾਂ ਨੂੰ ਅੱਗੇ ਪੜ੍ਹਾਉਂਦੇ ਨੇ, ਡਾਕਟਰ ਜਿਹੜੇ ਪ੍ਰੋਫੈਸਰ ਹੁੰਦੇ ਨੇ, ਜੇ ਉਹ ਕਹਿਣ ਮੇਰੀ ਧੀ ਇੱਥੇ ਬੈਠੀ ਹੈ, ਮੇਰਾ ਪੁੱਤ ਇੱਥੇ ਬੈਠਾ ਹੈ, ਮੈਂ ਨਹੀਂ ਟੀਚ ਕਰਨਾ, ਕੰਮ ਨਹੀਂ ਚੱਲੇਗਾ। ਸੋ ਤੁਸੀਂ ਸਾਰੇ ਸਾਡੇ ਬੱਚਿਆਂ ਵਰਗੇ ਹੋ, ਲੇਕਿਨ ਇਹ ਬਹੁਤ ਹੀ ਗੰਭੀਰ ਔਰ ਵਿਸ਼ੇਸ਼ ਖਾਸ ਮਸਲਾ ਹੈ ਜਿਹਦੇ ਤੇ ਅਸੀਂ ਜਿਹੜਾ ਹੈ ਉਹ ਗੌਰ ਕਰਨੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪਰਮੇਸ਼ਰ ਨੇ ਪਤੀ ਪਤਨੀ ਦੋਨਾਂ ਦੇ ਅਲੱਗ-ਅਲੱਗ ਅੰਗ ਨੇ, ਉਹਨਾਂ ਦੇ ਗੁਪਤ ਅੰਗ ਵੀ ਅਲੱਗ-ਅਲੱਗ ਨੇ, ਔਰ ਪਰਮੇਸ਼ਰ ਨੇ ਆਰੰਭ ਤੋਂ ਹੀ ਪਤੀ ਤੇ ਪਤਨੀ ਦਾ ਜਿਹੜਾ ਹੈ ਸਰੀਰਕ ਸੰਬੰਧ ਹੈ, ਇਹ ਪਰਮੇਸ਼ਰ ਦੀ ਯੋਜਨਾ ਦੇ ਮੁਤਾਬਕ ਹੈ। ਪਰਮੇਸ਼ਰ ਨੇ ਇਹਨੂੰ ਸਾਡੇ ਵਿੱਚ ਰਚਿਆ, ਸਾਡੇ ਵਿੱਚ ਪਾਇਆ ਹੈ। ਔਰ ਵਚਨ ਦੇ ਵਿੱਚ ਲਿਖਿਆ ਹੈ ਕਿ ਇਸਤਰੀ ਨੂੰ ਆਪਣੇ ਸਰੀਰ ਤੇ ਅਧਿਕਾਰ ਨਹੀਂ ਹੈ, ਉਹਦੇ ਪਤੀ ਦਾ ਅਧਿਕਾਰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਤੇ ਅਧਿਕਾਰ ਨਹੀਂ, ਉਹਦੀ ਪਤਨੀ ਦਾ ਹੈ। ਮੇਰੇ ਜੀਜ਼ੋ, ਕਈ ਵਾਰ ਸ਼ਾਦੀ ਦੀ ਜ਼ਿੰਦਗੀ ਦੇ ਵਿੱਚ ਆਰੰਭ 'ਚ ਤਾਂ ਇਹ ਰਿਸ਼ਤਾ, ਇਹ ਸਰੀਰਕ ਸੰਬੰਧ ਚੱਲਦਾ ਹੈ, ਲੇਕਿਨ ਕੁਝ ਸਾਲ ਜਾਂ ਕੁਝ ਦੇਰ ਤੋਂ ਬਾਅਦ ਇਹਦੇ ਵਿੱਚ ਹੋ ਸਕਦਾ ਹੈ ਪਰਿਵਾਰ 'ਚ ਕੋਈ ਇੱਕ ਹੈ, ਖਾਸ ਤੌਰ ਤੇ ਅਗਰ ਪੁਰਸ਼ ਹੈ, ਉਹਦੇ ਵਿੱਚ ਕਮੀ ਆ ਜਾਂਦੀ ਹੈ, ਜਾਂ ਉਹਦਾ ਜੀਵਨ ਸਾਥੀ ਜਿਹੜਾ ਹੈ ਉਸ ਵਿੱਚ ਆਨੰਦ ਮਹਿਸੂਸ ਨਹੀਂ ਕਰਦਾ। ਪਰਮੇਸ਼ਰ ਨੇ ਇਸ ਲਈ ਇਹ ਯੋਗਤਾ ਸਾਡੇ ਅੰਦਰ ਪਾਈ ਹੈ ਔਰ ਇੱਛਾ ਸਾਡੇ ਅੰਦਰ ਪਾਈ ਹੈ, ਤਾਂ ਕਿ ਅਸੀਂ ਆਤਮਿਕ ਆਨੰਦ ਦੇ ਨਾਲ ਨਾਲ ਜੋ ਸਰੀਰ ਪਰਮੇਸ਼ਰ ਨੇ ਸਾਨੂੰ ਬਣਾਇਆ ਹੈ, ਸਰੀਰਕ ਆਨੰਦ ਵੀ ਅਸੀਂ ਇੱਕ ਦੂਜੇ ਤੋਂ ਲੈ ਸਕੀਏ ਤੇ ਦੇ ਸਕੀਏ।
शादी दे विच जो सैक्स है, पति पत्नी का संबंध है, इनू पवित्र मन्निया गया है। परमेश्वर ने इसनू जिहड़ा है नियुक्त किया है। सो कई बार जो सैक्स की गल की जाती है, असी बहुत बार बच्चों भी कहते गंदी गल है, यही गल नहीं करनी ना। उन्होंने सही गल दसन की लोड़ है, सही गल दसन की लोड़ है, और सानू भी सीखण की लोड़ है कि शादी तो बाद जिहड़ा सैक्स है वो वचन के मुताबिक गंदा है, वो गलत है, पाप है। लेकिन शादी दे विच जिहड़ा सैक्स का संबंध है ये पवित्र है, ये परमेश्वर ने रचिया है। और परमेश्वर चाहुंदा है कि असी आत्मिक मानसिक आनंद के नाल नाल शरीरिक आनंद भी एक दूजे तो हासिल करिए और एक दूजे नूं प्रदान करिए। सो कई बार जिहड़ा है हारमोन्स दी, कुछ हारमोन्स ने, कुछ तत्त ने, वो अगर पति पत्नी दोनों च वो हारमोन्स घट जाते हैं या एक च भी घट जाते हैं, जिस च घट जाते हैं उहदे अंदर संभोग की इच्छा जिहड़ी खत्म हो जाती है या बहुत घट जाती है। सो ये कारण भी हो सकता है किसी एक दे विच हारमोन्स घटन के कारण जो इच्छा घट जाती है तो वो इस क्रिया नूं करन दे विच दिलचस्पी नहीं लैंदे। और अगर दूसरे दे विच इच्छा है, मान लो पति दे विच, आम तौर पर पतियां दे विच इच्छा ज़्यादा होंदी है, तेज़ होंदी है, स्त्रियां च आम तौर पर घट होंदी है। सो अगर पति दे विच वो इच्छा है, पत्नी दे विच वो हारमोन्स की कमी के कारण या होर किसी कारण इच्छा खत्म हो गई है, तो पति नूं बहुत ही बुरा महसूस होता है। कई बार पति नूं ये भी महसूस होता है कि उस ते अत्याचार हो रहा है, जो पति पत्नी अपना फर्ज जिहड़ा है पूरा नहीं करती, अपने उत्ते पति नूं अधिकार नहीं दिंदी। इहदे बहुत सारे कारण हो सकते हैं। बचपन च कई गलतियां, ये पति भी उहदे कारण कमज़ोर हो सकता है, पत्नी च भी कमियां हो सकदियां ने। और जिस तरह मैं पहला दस्या कि कई बार असी इहदे लई गल नहीं करना चाहते, क्यों? असी इहनूं बुरा समझते हैं, संभोग बुरा है। दूजी गल, ये तो सिर्फ बच्चे पैदा करने वास्ते है। हाँ, संभोग के द्वारा बच्चे पैदा होंदे ने, लेकिन ये सिर्फ बच्चे पैदा करने वास्ते नहीं। ये तो परमेश्वर ने कितनी साडे ते किरपा की है, योग्यता दी है, अपने शक्ल दे विच अपने स्वरूप सानू बनाया और सानू ये योग्यता दी है कि साडे द्वारा नवी जिंदगी संसार च आए। लेकिन ये संभोग या सैक्स जिहड़ा सिर्फ बच्चे पैदा करने वास्ते नहीं है, बल्कि एक दूजे नूं आनंद देण दे लई और आनंद हासिल करन दे लई है। सो संभोग सिर्फ बच्चे पैदा करने वास्ते, ये भी गलत है। यह भावना, संभोग गंदा है, संभोग एक परेशानी है, जिहड़ा है इसनूं कई परेशानी समझते हैं तो इस तो दूर रहंदे ने। अगर डॉक्टरी सहायता लैण दी लोड़ है, सानू लैनी चाहिदी है। और इहदे लई हारमोन्स अगर साडे च घट ने, वो लैण दी लोड़ है, लै सकदे हैं। कसरत दी अगर कमी हो जाती है, कसरत करन दी लोड़ है। कसरत दे नाल भी साडे च जिहड़ा है इहदी ताकत वध सकदी है। फिर कार्यकुशलता, सो अगर असी काम तो बहुत थक जाने हाँ तां भी इहदे लई जिहड़ा है असी कमज़ोर होने हाँ। सो इन्हां सारियां गल्लां ते असी जिहड़ा है वो जित पानी सीखनी है। पुरुष दा अगर शीघ्र पतन हुंदा है, फिर भी जिहड़ा है इहदे विच ना पुरुष ना स्त्री उहदा आनंद नहीं लै सकते। सो उहदे लई भी जिहड़ा है अगर ट्रीटमेंट लैण दी लोड़ पैंदी तां लैना चाहिदा है। स्त्रियां दे लई लिखिआ है कि लुब्रीकेशन उत्पन्न नहीं कर सकती, उस लई ये
ਪੀੜਾਦਾਇਕ ਹੁੰਦਾ ਹੈ। ਸੋ ਅਗਰ ਇਸ ਚੀਜ਼ ਦੀ ਕਮੀ ਹੈ, ਇਹਦੇ ਵਿੱਚ ਵੀ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੈ। ਸੋ ਇੱਕ ਵਿਅਕਤੀ ਜੋ ਇਸ ਤਰ੍ਹਾਂ ਦੀ ਦਹਿਸ਼ਤ ਦੇ, ਹੋ ਸਕਦਾ ਹੈ ਬਚਪਨ ਦੇ ਵਿੱਚ ਕੋਈ ਐਸੀ ਦੁਰਘਟਨਾ ਹੋਈ, ਤੁਹਾਡੇ ਨਾਲ ਕਿਸੇ ਨੇ ਸੈਕਸ ਦੇ ਸੰਬੰਧ ਵਿੱਚ ਅਤਿਆਚਾਰ ਕੀਤਾ ਜਾਂ ਕਰਦਾ ਰਿਹਾ। ਸੋ ਉਸ ਮਨ ਦੇ ਨਾਲ ਅਗਰ ਤੁਸੀਂ ਵਧੇ ਔਰ ਸ਼ਾਦੀ ਤੋਂ ਬਾਅਦ ਵੀ ਉਹਦੇ ਵਿੱਚ ਜਿਹੜਾ ਆਪਣੇ ਆਪ ਨੂੰ ਇਨਵੋਲਵ ਕਰਨਾ ਜਾਂ ਆਨੰਦ ਲੈਣਾ ਜਿਹੜਾ ਹੈ ਮੁਸ਼ਕਿਲ ਮਹਿਸੂਸ ਹੁੰਦਾ ਹੈ। ਸੋ ਉਸ ਤੋਂ ਵੀ ਸਾਨੂੰ ਉੱਪਰ ਉੱਠਣ ਦੀ ਲੋੜ ਹੈ। ਸੋ ਸਮਾਂ ਕਿਉਂਕਿ ਬਹੁਤ ਘੱਟ ਹੈ, ਇਸ ਲਈ ਮੈਂ ਜ਼ਿਆਦਾ ਕਾਫੀ ਗੱਲਾਂ ਛੱਡ ਰਿਹਾ। ਤੁਸੀਂ ਇਹ ਜਿਹੜਾ ਹੈ ਘਰ ਜਾ ਕੇ ਪੜ੍ਹ ਸਕਦੇ ਹੋ। ਔਰ ਇਹ ਇੱਕ ਐਸਾ ਮਸਲਾ ਹੈ, ਕਈ ਵਾਰ ਇਹ ਤਲਾਕ ਤੱਕ ਵੀ ਨੌਬਤ ਲੈ ਕੇ ਆ ਜਾਂਦਾ ਹੈ। ਸੋ ਇਸ ਲਈ ਇਸ ਸੰਭੋਗ ਜਾਂ ਸੈਕਸ ਦੇ ਮਸਲੇ ਦੇ ਵਿੱਚ ਵੀ ਅਸੀਂ ਆਪਣਾ ਜਿਹੜਾ ਹੈ ਉਹ ਫਰਜ਼ ਪੂਰਾ ਕਰਨਾ ਹੈ। ਕਈ ਵਾਰ ਅਗਰ ਪਤਨੀ ਪਤੀ ਦਾ ਸਾਥ ਨਹੀਂ ਦਿੰਦੀ, ਉਹਦੇ ਨਾਲ ਸਹਿਮਤੀ ਨਹੀਂ ਪ੍ਰਗਟ ਕਰਦੀ, ਤਾਂ ਉਹਦਾ ਪਤੀ ਜਿਹੜਾ ਭਟਕ ਵੀ ਸਕਦਾ ਹੈ। ਉਹ ਪਰਿਵਾਰ ਤੋਂ ਬਾਹਰ ਇਸ ਦੀ ਤ੍ਰਿਪਤੀ ਦੇ ਲਈ ਜਾ ਸਕਦਾ ਹੈ। ਨਹੀਂ ਕਰਨਾ ਚਾਹੀਦਾ, ਵਿਸ਼ਵਾਸੀ ਹੋਣ ਦੇ ਨਾਤੇ ਨਹੀਂ ਕਰਨਾ ਚਾਹੀਦਾ, ਸੋਚਣਾ ਵੀ ਨਹੀਂ ਚਾਹੀਦਾ। ਲੇਕਿਨ ਹੋ ਸਕਦਾ ਹੈ ਉਹਦੇ 'ਚ ਇਹ ਕਮਜ਼ੋਰੀ ਆ ਸਕਦੀ ਹੈ। ਇਸੇ ਤਰ੍ਹਾਂ ਇਸਤਰੀ 'ਚ ਵੀ ਆ ਸਕਦੀ ਹੈ। ਅਗਰ ਪਤੀ ਆਪਣਾ ਫਰਜ਼ ਨਹੀਂ ਪੂਰਾ ਕਰਦਾ, ਉਹਨੂੰ ਤ੍ਰਿਪਤੀ ਨਹੀਂ ਦਿੰਦਾ, ਇਸਤਰੀ ਵੀ ਇਹ ਸਰੀਰਕ ਤ੍ਰਿਪਤੀ ਦੇ ਲਈ ਦੂਸਰੇ ਕਿਸੇ ਹੋਰ ਵੱਲ ਵੇਖ ਸਕਦੀ ਹੈ। ਸੋ ਗੰਭੀਰ ਮਸਲਾ ਹੈ, ਇਸ 'ਤੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਇਹ ਜਦੋਂ ਇਹਦੇ 'ਚ ਰੁਕਾਵਟ ਆ ਜਾਂਦੀ ਹੈ, ਸਾਡੇ ਆਪਸੀ ਸੰਬੰਧਾਂ ਦੇ ਵਿੱਚ ਵੀ ਰੁਕਾਵਟ ਆ ਜਾਂਦੀ ਹੈ। ਸੋ ਔਰ ਇੱਕ ਦੂਜੇ ਦੇ ਲਈ ਸਾਨੂੰ ਬੈਲੈਂਸ ਵੀ ਦੇਖਣਾ ਜ਼ਰੂਰੀ, ਬੈਲੈਂਸ ਬਣਾ ਕੇ ਵੀ ਰੱਖਣਾ ਜ਼ਰੂਰੀ ਹੈ। ਪਤੀਆਂ 'ਚ ਇੱਛਾ ਜ਼ਿਆਦਾ ਹੁੰਦੀ ਹੈ, ਲੇਕਿਨ ਉਹਨਾਂ ਨੂੰ ਪਤਨੀ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਇਹ ਧਿਆਨ ਰੱਖਣ ਦੀ ਲੋੜ ਹੈ ਕਿ ਉਹਦੀ ਦਿਲਚਸਪੀ ਕਿੰਨੀ ਹੈ, ਔਰ ਇਹ ਧਿਆਨ ਰੱਖਣ ਦੀ ਵੀ ਲੋੜ ਹੈ ਕਿ ਉਹਦੇ ਵਿੱਚ ਉਨੀ ਇੱਛਾ ਨਹੀਂ ਹੈ। ਆਮ ਤੌਰ ਤੇ ਜ਼ਿਆਦਾਤਰ ਪੁਰਸ਼ਾਂ ਜ਼ਿਆਦਾ ਹੁੰਦੀ ਹੈ, ਇਸਤਰੀ ਘੱਟ ਹੁੰਦੀ ਹੈ। ਸੋ ਇਸ ਚੀਜ਼ ਦਾ ਵੀ ਉਸ ਨੂੰ ਖਿਆਲ ਰੱਖਣ ਦੀ ਲੋੜ ਹੈ। ਇਸੇ ਤਰ੍ਹਾਂ ਪਤਨੀਆਂ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਉਹ ਆਪਣੇ ਪਤੀਆਂ ਨੂੰ ਬਿਲਕੁਲ ਇਗਨੋਰ ਕਰਨ ਦੇ ਦੁਆਰਾ ਉਹਨਾਂ ਤੇ ਅਤਿਆਚਾਰ ਨਾ ਕਰਨ, ਕਿਉਂਕਿ ਵਿਸ਼ਵਾਸੀ ਪਤੀ ਹੈ। ਇਸ ਕਰਕੇ ਦੂਜੀ ਪਤਨੀ ਦੇ ਬਾਰੇ ਉਹ ਸੋਚੇਗਾ ਵੀ ਨਹੀਂ। ਇੱਕੋ ਹੀ ਸਰੀਰ ਹੈ ਜੋ ਪਰਮੇਸ਼ਰ ਨੇ ਪਤੀ ਨੂੰ ਦਿੱਤਾ ਹੈ, ਉਹ ਆਪਣੀ ਪਤਨੀ ਦਾ। ਪਤਨੀ ਨੂੰ ਵੀ ਇੱਕੋ ਸਰੀਰ ਹੈ ਜਿਹਦੇ ਤੇ ਉਹਨੂੰ ਅਧਿਕਾਰ ਹੈ, ਉਹਦੇ ਪਤੀ ਦਾ ਹੈ। ਸੋ ਅਗਰ ਪਤਨੀ ਆਪਣੇ ਫਰਜ਼ ਨੂੰ ਪੂਰਾ ਨਹੀਂ ਕਰਦੀ, ਇਹ ਪਤੀ ਦੇ ਉੱਤੇ ਇੱਕ ਅਤਿਆਚਾਰ ਦੀ ਤਰ੍ਹਾਂ ਹੈ। ਸੋ ਅਸੀਂ ਪਤੀ ਪਤਨੀ ਦੋਨਾਂ ਨੇ ਇਸ ਆਪਣਾ ਫਰਜ਼ ਪੂਰਾ ਕਰਨਾ ਹੈ। ਅਗਲੀ ਹੈ ਬੱਚੇ। ਕਈ ਵਾਰੀ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ, ਉਹਨਾਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਨਾ ਹੈ, ਉਹਦੇ ਕਾਰਨ ਜਿਹੜਾ ਹੈ ਆਪਸ 'ਚ ਸਾਡੇ ਵਿਚਾਰ ਨਹੀਂ ਮਿਲਦੇ, ਜਾਂ ਆਪਸ 'ਚ ਅਸੀਂ ਜਿਹੜਾ ਹੈ ਉਹ ਅਲੱਗ-ਅਲੱਗ ਤਰੀਕਾ ਸਾਡੇ ਬੱਚਿਆਂ ਨੂੰ ਪਾਲਣ ਪੋਸ਼ਣ ਕਰਨ ਦਾ ਹੁੰਦਾ ਹੈ। ਅਲੱਗ-ਅਲੱਗ ਕਿਉਂਕਿ ਬੈਕਗਰਾਊਂਡ ਤੋਂ ਅਸੀਂ ਆਏ ਹੁੰਦੇ ਹਾਂ, ਉਹਦੇ ਕਰਕੇ ਵੀ ਕਈ ਵਾਰ ਪਰਿਵਾਰ ਦੇ ਵਿੱਚ ਝਗੜਾ ਹੋ ਸਕਦਾ ਹੈ। ਪਤੀ ਪਤਨੀ ਨੂੰ ਕਹਿ ਸਕਦਾ ਤੂੰ ਬੱਚਿਆਂ ਨੂੰ ਖਰਾਬ ਕਰੀ ਜਾਨੀ ਹੈ, ਪਤਨੀ ਪਤੀ ਨੂੰ ਕਹਿ ਸਕਦੀ ਹੈ ਤੂੰ ਬੱਚਿਆਂ ਨੂੰ ਖਰਾਬ ਕਰ ਰਹੇ ਹੈ। ਸੋ ਇਹਦੇ ਲਈ ਵੀ ਸਹਿਮਤੀ ਜਿਹੜੀ ਹੈ ਉਹ ਹੋਣੀ ਸਾਡੀ ਜ਼ਰੂਰੀ ਹੈ। ਕਿਸੇ ਸਹਿਮਤੀ ਤੇ ਅਸੀਂ ਪਹੁੰਚੀਏ ਕਿ ਬੱਚਿਆਂ ਦੇ ਪ੍ਰਤੀ, ਕਿਉਂਕਿ ਸਾਨੂੰ ਕੋਈ ਪਹਿਲਾਂ ਨਮੂਨਾ ਇਸ ਤਰ੍ਹਾਂ ਨਹੀਂ ਮਿਲਿਆ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਨਾ ਹੈ ਬਚਨ ਦੇ ਅਨੁਸਾਰ। ਇਸ ਕਰਕੇ ਅਸੀਂ ਵੀ ਜੋ ਆਪਣੇ ਮਾਂ ਬਾਪ ਤੋਂ ਸਿੱਖਿਆ ਉਸ ਤਰੀਕੇ ਬਾਰੇ ਅਸੀਂ ਕਰਦੇ ਹਾਂ।
लेकिन धन्नवाद है परमेश्वर का, परमेश्वर अपने वचन के द्वारा सानू आज़ाद करता है, चानन दिंदा है, सानू राह दिखाता है ना। सो पिछे जे असी माँ बाप के लिए, माँ बाप किस तरह बच्चों का पालन पोषण करना है, वो एक दिन का सैमीनार किया सी। आने वाले दिनों परमेश्वर ने चाहे फिर असी करांगे बच्चों का किवें पालन पोषण करना। 2 या 3 दिन की टीचिंग होएगी विस्तार के नाल, उस पर भी असी गौर करांगे। सो जब तक सानू चलो ज्ञान नहीं है, जो साड़ी समझ हुंदा असी उहदे मुताबिक करते हैं। सो बच्चों के लिए एक अच्छी नमूना अगर सानू नहीं मिलिया, असी बच्चों के लिए सामने एक अच्छा नमूना रखिए। फिर की है, कई बार घर के काम जड़े ने वो साडे लिए बड़ा झगड़े का कारण बन जाते हैं, जिहदे कारण पति पत्नी एक तो दूजे तो दूर रहंदे ने। मेरे जीजो, पति होने के नाते पति नूं कोई लीडर बनाया है, आगू बनाया है, तो हर लीडर हर आगू की जिम्मेवारी दूजे नालों ज़्यादा हुंदी है। सो अगर पत्नी नूं सहायता की लोड़ है तो असी जरूर उसकी सहायता करिए, मदद करिए। सो घर के कई काम ने जिहड़े कली पत्नी कर सकती है, कई काम ऐसे ने जिहड़े दोने मिलके करन, कई काम ऐसे ने जिहड़े सिर्फ पति ही करन। क्योंकि ये जिहड़े काम ने कई बारी साडे लई जिहड़ा है वो समस्या का कारण बन जाते हैं। बस 5-7 मिनट अपने रह गए ने। अगे है रिश्तेदारी। शादी तो बाद माता पिता दे नाल या रिश्तेदारां दे नाल साडा संबंध और पोजीशन जिहड़ी है वो बदल जाती है। मनुख अपने माता पिता नूं छड्ड के किहदे नाल मिलिया रहेगा? पत्नी दे नाल मिलिया रहेगा। कहने का मतलब बिल्कुल नहीं है कि वो माता पिता का आदर नहीं करेगा, सेवा नहीं करेगा। माता पिता का आदर जिंदगी भर करना है, अपनी ताकत के मुताबिक सेवा भी करनी है, सहायता भी करनी है। लेकिन कहता है माता पिता नूं छड्ड के पत्नी दे नाल मिलिया रहेगा। मतलब शादी तो बाद हुण तुहाडी पति पत्नी की एकता, उन्हां दी सलाह पहला होनी चाहिए है। माँ बाप नूं भी उस तो बाद समझना चाहिए कि हुण असीं थोड़ा पिछे हो जाइए। ये साडे बच्चे ने, ये जे कई बारी गलती भी करनगे, गलती करके सीखणगे। जे असीं उन्होंने आज़ादी नहीं देवांगे, जो उन्होंने दे हर गल च असीं जिहड़ा है दखल अंदाजी करते रहांगे, शादी तो बाद भी कहांगे छोटी छोटी गल, हर गल च तुसीं सानूं पुछ के करो, उहदे अगर अजिहा है उन्हों का परिवार का संबंध जिहड़ा आपसी वो सही नहीं चलेगा। अगर दोनों पासों तो माँ बाप का दखल है, लड़के वाले पासों भी लड़की वाले पासों, परिवार दे विच उन्हां दा दखल है, उस परिवार दे विच पति पत्नी का सही जिहड़ा है रिश्ता जिहड़ा समूथ वो नहीं रह सकता। सो माँ बाप नूं भी समझण दी लोड़ है। जे वो नहीं समझ रहे तो उन्होंने समझाने की लोड़ है। अगर असी मान लो असी हाँ, असी अगर चाहिए कि विश्वास और उन्होंने बहु अक्सर कहते रहते हैं आओ, असी सगों जिन्ना वो कहते हैं उस घट्टे सत को जाया जाता है। लेकिन अगर असी मान लो महीना महीना 2-2 महीने उत्थे रहीए तो उन्हों का जिहड़ा स्कैजूल है, उन्हों का जिहड़ा जिस तरह वो घर नूं चला रहे हैं उहदे च गड़बड़ हो जानी है। सो माँ बाप नूं भी समझण दी लोड़ है कि किस हद तक हुण वो अपने बच्चों के नाल मेल जोल रख सकते हैं, उन्होंने घर जा सकते हैं, उन्होंने रह सकते हैं। क्यों? क्योंकि अगर वो नहीं पछाणनगे हद तो जिहड़ा है वो बच्चों की जिंदगी दे विच परिवार दे विच परेशानी रहिंदी है।
ਜਿਹੜਾ ਜੁਆਇੰਟ ਫੈਮਿਲੀ ਹੁੰਦਾ ਹੈ ਉਹਦੇ 'ਚ ਫਾਇਦੇ ਵੀ ਬਹੁਤ ਨੇ, ਲੇਕਿਨ ਉਹਦੇ 'ਚ ਨੁਕਸਾਨ ਵੀ ਬੜੇ ਨੇ। 5 ਮਿੰਟ ਬਸ। ਉਹਦੇ 'ਚ ਨੁਕਸਾਨ ਵੀ ਬਹੁਤ ਨੇ, ਕਿਉਂਕਿ ਜਦੋਂ ਮਾਂ-ਬਾਪ ਕਈ ਵਾਰੀ ਬੱਚਿਆਂ ਨੂੰ ਛੋਟਾ ਬੱਚਾ ਹੀ ਸਮਝੀ ਜਾਂਦੇ ਨੇ। ਹੁਣ ਵਿਆਹ ਹੋ ਗਿਆ ਉਹਨਾਂ ਦਾ, ਉਹਨਾਂ ਨੂੰ ਸਿੱਖਣ ਦਿਓ, ਉਹਨਾਂ ਨੂੰ ਕਰਨ ਦਿਓ, ਗਲਤੀ ਵੀ ਕਰਨਗੇ, ਗਲਤੀ ਕਰਕੇ ਸਿੱਖਣਗੇ, ਲੇਕਿਨ ਮਾਂ ਬਾਪ ਕਹਿੰਦੇ ਨਹੀਂ, ਜੋ ਮੈਂ ਕਹਿੰਦਾ ਉਹੀ ਕਰ, ਜੋ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਕਰ। ਇਹ ਸਾਨੂੰ ਪਛਾਣਨ ਦੀ ਲੋੜ ਹੈ ਔਰ ਆਪਣੇ ਆਪ ਨੂੰ ਪਿੱਛੇ ਹੋਣ ਦੀ ਲੋੜ ਹੈ। ਹਾਂ, ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ 'ਚ ਅਸੀਂ ਬੱਚਿਆਂ ਨੂੰ ਵਾਰਨ ਕਰਨਾ ਹੈ, ਸਾਵਧਾਨ ਚੌਕਸ ਕਰਨਾ ਕਿ ਬੇਟੇ ਨਹੀਂ, ਅਗਰ ਇਸ ਤਰ੍ਹਾਂ ਆਪਾਂ ਕਰਦੇ ਹਾਂ, ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ, ਇਸ ਤਰ੍ਹਾਂ ਜਿਹੜਾ ਇਹ ਨੁਕਸਾਨ ਹੋ ਸਕਦਾ ਹੈ ਨਾ, ਕਿਉਂਕਿ ਅਸੀਂ ਬੱਚਿਆਂ ਦੀ ਭਲਾਈ ਚਾਹੁੰਦੇ ਹਾਂ, ਭਲਾਈ ਚਾਹੁੰਦੇ ਰਹਿਣਾ ਹੈ। ਸੋ ਲੇਕਿਨ ਅਦਰਵਾਈਜ਼ ਉਹਨਾਂ ਨੂੰ ਖੁੱਲ੍ਹ ਦੇ ਦਈਏ ਕਿ ਉਹ ਜ਼ਿੰਦਗੀ ਦੇ ਫੈਸਲੇ ਖੁਦ ਕਰਨੇ ਸਿੱਖਣ। ਅਗਰ ਉਹ ਸਲਾਹ ਮੰਗਦੇ ਨੇ, ਸਲਾਹ ਦੇ ਦਈਏ। ਅਗਰ ਬਹੁਤ ਹੀ ਗੰਭੀਰ ਮਾਮਲਾ ਹੈ, ਉਹਦੇ ਸਲਾਹ ਦੇ ਦਈਏ। ਫਿਰ ਵੀ ਉਹ ਜੇ ਨਹੀਂ ਮੰਨਦੇ, ਪਿੱਛੇ ਹਟ ਜਾਓ, ਹੈ ਨਾ। ਸੋ ਮਾਂ-ਬਾਪ ਆਪਣੀ ਸੀਮਾ ਨੂੰ ਸਾਨੂੰ ਪਛਾਣਨ ਦੀ ਲੋੜ ਹੈ, ਔਰ ਅਗਰ ਅਸੀਂ ਮਾਂ-ਬਾਪ ਨਹੀਂ ਪਛਾਣਦੇ ਤਾਂ ਬੱਚੇ ਵੀ ਆਦਰ ਦੇ ਨਾਲ, ਪਿਆਰ ਦੇ ਨਾਲ ਦੱਸ ਸਕਦੇ ਨੇ ਕਿ ਕਿਸ ਸੀਮਾ ਤੱਕ ਮਾਂ-ਬਾਪ, ਕਿਸ ਹੱਦ ਤੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਇੰਟਰਫੇਅਰ ਕਰ ਸਕਦੇ ਨੇ। ਕਿਉਂਕਿ ਪਰਮੇਸ਼ਰ ਨੇ ਹੁਣ ਪਤੀ ਤੇ ਪਤਨੀ ਨੂੰ, ਤੁਹਾਨੂੰ ਦੋਨਾਂ ਨੂੰ ਜਿਹੜਾ ਹੈ ਇੱਕ ਯੂਨਿਟ ਦੇ ਰੂਪ ਵਿੱਚ ਖੜਾ ਕੀਤਾ ਹੈ। ਤੁਹਾਡਾ ਹੁਣ ਪਰਿਵਾਰ ਹੈ, ਤੁਸੀਂ ਉਸ ਨੂੰ ਅੱਗੇ ਚਲਾਉਣਾ, ਵਧਾਉਣਾ ਹੈ। ਸੋ ਪਰਮੇਸ਼ਰ ਦਾ ਧੰਨਵਾਦ ਹੋਵੇ ਇਸ ਸਿੱਖਿਆ ਦੇ ਲਈ। ਔਰ ਬਾਕੀ ਤੁਸੀਂ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਨੋਟਸ ਦੇ ਵਿੱਚ ਸਟੱਡੀ ਕਰ ਸਕਦੇ ਹੋ। ਅੱਛਾ ਹੋਏਗਾ, ਤੁਸੀਂ ਚੰਗਾ ਸਮਾਂ ਲਗਾਓ, ਬਾਰ-ਬਾਰ ਨੋਟਸ ਨੂੰ ਪੜ੍ਹੋ। ਇਹ ਟੀਚ ਕਰਨ ਦੇ ਵਾਸਤੇ ਵੀ ਬਹੁਤ ਤਿਆਰੀ ਕਰਨੀ ਪੈਂਦੀ ਹੈ, ਸਿਖਾਉਣ ਦੇ ਲਈ ਵੀ ਬਹੁਤ ਤਿਆਰੀ ਕਰਨੀ ਪੈਂਦੀ ਹੈ। ਲੇਕਿਨ ਧੰਨਵਾਦ ਹੈ ਕਿ ਜਦੋਂ ਅਸੀਂ ਸਿਖਾਉਂਦੇ ਹਾਂ ਤਾਂ ਅਸੀਂ ਆਪ ਵੀ ਸਿੱਖਦੇ ਹਾਂ। ਜਦੋਂ ਅਸੀਂ ਸੁਣਦੇ ਹਾਂ ਕਿਸੇ ਕੋਲੋਂ, ਉਦੋਂ ਇੰਨਾ ਨਹੀਂ ਸਿੱਖਦੇ, ਲੇਕਿਨ ਜਦੋਂ ਦੂਜੇ ਨੂੰ ਸਿਖਾਉਂਦੇ ਹਾਂ। ਸੋ ਨੋਟਸ ਪੜ੍ਹ ਕੇ ਤੁਸੀਂ ਇੱਕ ਦੂਜੇ ਨੂੰ ਉਸ ਤੋਂ ਬਾਅਦ ਸਿਖਾਓ, ਇੱਕ ਦੂਜੇ ਨੂੰ ਦੱਸੋ, ਹੈ ਨਾ। ਥੋੜਾ ਸਮਾਂ ਕੱਢੋ ਤਾਂ ਤੁਹਾਡੇ ਅੰਦਰ ਹੋਰ ਉਹ ਚੀਜ਼ ਬੈਠ ਜਾਏਗੀ। ਪਰਮੇਸ਼ਰ ਦਾ ਧੰਨਵਾਦ ਹੋਵੇ ਇਸ ਵਚਨ ਦੇ ਲਈ। ਆਓ ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਪ੍ਰਾਰਥਨਾ ਕਰੀਏ। ਮਹਾਨ ਪ੍ਰਭੂ, ਤੇਰਾ ਧੰਨਵਾਦ ਦਿੰਦੇ ਹਾਂ ਇਸ 2 ਦਿਨਾਂ ਦੇ ਸਿੱਖਿਆ ਦੇ ਲਈ, ਜੋ ਆਪਣੇ ਪਵਿੱਤਰ ਆਤਮਾ ਔਰ ਵਚਨ ਦੇ ਦੁਆਰਾ ਸਾਨੂੰ ਸਿਖਾਇਆ। ਪ੍ਰਭੂ, ਸਾਡੇ ਤੇ ਕਿਰਪਾ ਕਰ, ਪਤੀ ਪਤਨੀ ਦੇ ਰਿਸ਼ਤੇ ਹੋਰ ਮਜ਼ਬੂਤ ਹੋਣ, ਪਵਿੱਤਰ ਆਤਮਾ ਦੀ ਏਕਤਾ ਅਤੇ ਪਵਿੱਤਰ ਆਤਮਾ ਦੁਆਰਾ ਪ੍ਰੇਮ ਦੇ ਵਿੱਚ ਅਸੀਂ ਬਣੇ ਰਹੀਏ, ਉਹਦੇ ਵਿੱਚ ਅਸੀਂ ਚੱਲੀਏ, ਵਧੀਏ ਔਰ ਤੇਰੇ ਰਾਜ ਨੂੰ ਵਧਾਈਏ ਸਾਡੀ ਜ਼ਿੰਦਗੀਆਂ ਦੇ, ਪਰਿਵਾਰਾਂ ਦੇ ਵਿੱਚ, ਆਪਸੀ ਸੰਬੰਧਾਂ ਦੇ ਵਿੱਚ। ਪ੍ਰਭੂ, ਤੂੰ ਔਰ ਤੇਰੀ ਜ਼ਿੰਦਗੀ, ਤੇਰਾ ਪ੍ਰੇਮ, ਤੇਰੀ ਦਇਆ, ਤੇਰੇ ਗੁਣ ਦਿਖਾਈ ਦੇਣ। ਪ੍ਰਭੂ, ਤੂੰ ਪ੍ਰਗਟ ਹੋ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਦੁਆਰਾ। ਪ੍ਰਭੂ, ਲੋਕ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਨਮੂਨੇ ਨੂੰ ਦੇਖ ਕੇ ਤੇਰੀ ਮਹਿਮਾ ਕਰਨ, ਤੈਨੂੰ ਜਾਣਨ। ਪ੍ਰਭੂ, ਇਹਨਾਂ ਸਾਰੇ ਚੀਜ਼ਾਂ ਨੂੰ ਤੇਰੇ ਸਮਰਥਿਤਾਂ ਵਿੱਚ ਸੌਂਪ ਦਿੰਦੇ ਹਾਂ। ਤੇਰੀ ਦਇਆ, ਤੇਰੀ ਕਿਰਪਾ ਦੇ ਵਿੱਚ ਇਹਨਾਂ ਸੌਂਪਦੇ ਹਾਂ। ਜੋ ਵਚਨ ਬੀਜਿਆ ਗਿਆ ਜ਼ਿੰਦਗੀ 'ਚ ਕਈ ਗੁਣਾ ਫਲ ਲਿਆਵੇ, ਔਰ ਪਰਿਵਾਰ ਦੀ ਜ਼ਿੰਦਗੀਆਂ 'ਚ ਤੇਰੀ ਸ਼ਾਂਤੀ, ਤੇਰਾ ਆਨੰਦ, ਤੇਰੀ ਕਿਰਪਾ ਰਾਜ ਕਰੇ। ਇਹ ਸਭ ਤੇਰੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਹੁਣ ਪ੍ਰਭੂ ਯਿਸੂ ਦਾ ਫਜ਼ਲ, ਪਿਤਾ ਪਰਮੇਸ਼ਰ ਦਾ ਪ੍ਰੇਮ, ਪਵਿੱਤਰ ਆਤਮਾ ਦੀ ਸੰਗਤ ਹੁਣ ਤੋਂ ਲੈ ਕੇ ਸਦਾ ਤੱਕ ਸਭ ਵਿਸ਼ਵਾਸੀਆਂ ਨਾਲ ਹੁੰਦੀ ਰਹੇ। ਆਮੀਨ।